ललित पद छंद सादर सेव मांझ बिये करिए एकै अगर सिधाए बैठे बौर खालसा आयो श्री मुख दर्शन पाए। वाहिगुरु जी का खालसा वाहिगुरु जी की फतेह। पतत पावन भगत वत्सल कृपा निधान अनाथ नाथ जगत गुरु सतगुरु श्री गुरु ग्रंथ साहिब जी महाराज। दीन दयाल सतगुरां दे पावन चरणां च हाजरियां भर के आप समूह माई भाई ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ ਹੋ। ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤ ਸੰਗਤ ਵਿੱਚ ਬੈਠ ਕੇ ਹਰੀ ਜਸ ਕਰਨਾ ਤੇ ਸੁਣਨਾ ਇਹ ਸਭ ਤੋਂ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਹ ਸੁੱਖ ਦੇਵਪੁਰੀ ਵਿੱਚ ਬੈਠੇ ਦੇਵਤਿਆਂ ਨੂੰ ਵੀ ਨਸੀਬ ਨਹੀਂ ਹੁੰਦਾ। ਰੋਮ ਰੋਮ ਕਰਕੇ ਸਤਿਗੁਰਾਂ ਦਾ ਸ਼ੁਕਰ ਹੈ ਕਿ ਸਾਡੇ ਵਰਗੇ ਤੁੱਛ ਜੀ ਬੁੱਧੀ ਵਾਲੇ ਜੀਵਾਂ ਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਆਪਣਾ ਜਸ ਕਹਿਣ ਤੇ ਸੁਣਨ ਦਾ ਇਹ ਸੁਭਾਗ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਆ। ਕਲਗੀਧਰ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਇਤਿਹਾਸ ਆਪ ਜੀ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕਰ ਰਹੇ। ਮਹਾਰਾਜ ਜੀ ਦਾ ਮੁਨਸ਼ੀ ਭਾਈ ਆਸਾ ਸਿੰਘ, ਉਹਨਾਂ ਦਾ ਪ੍ਰਸੰਗ ਆਪਾਂ ਕੱਲ੍ਹ ਦੀ ਕਥਾ 'ਚ ਵਿਚਾਰਿਆ। ਕਲਮ ਕੀ ਆਖਦੀ ਹੈ, ਉਹਦੇ ਭਾਵ ਜੋ ਭਾਈ ਆਸਾ ਸਿੰਘ ਜੀ ਨੇ ਪ੍ਰਗਟ ਕੀਤੇ ਨੇ ਉਹ ਆਪਾਂ ਵਿਚਾਰੇ ਨੇ। ਬਰਸਾਤਾਂ ਦੇ ਦਿਨ ਨਿਕਲ ਗਏ, ਰੁੱਤ ਬਦਲੀ ਹੈ। ਨਵਰਾਤਰਿਆਂ ਦੇ ਦਿਨਾਂ ਵਿੱਚ ਹਿੰਦੁਸਤਾਨ ਦੀ ਧਰਤੀ ਦੇ ਲੋਕ ਦੇਵੀ ਪੂਜਨ ਕਰਦੇ ਹਨ। ਗੁਰਦੇਵ ਨੇ ਹੁਕਮ ਕੀਤਾ ਕਿ ਸਾਡੇ ਵਾਸਤੇ ਆਦਿ ਸ਼ਕਤੀ ਅਕਾਲ ਪੁਰਖ ਦੇ ਸ਼ਸਤਰ ਹਨ। ਸ਼ਿਗਲੀਗਰਾਂ ਨੂੰ ਬੁਲਾਓ, ਖਜ਼ਾਨੇ 'ਚੋਂ ਸ਼ਸਤਰ ਕੱਢ ਕੇ ਉਹਨਾਂ ਸ਼ਸਤਰਾਂ ਦੇ ਸਾਂਭਣ ਦੀ, ਮਾਂਜਣ ਦੀ ਸੇਵਾ, ਗੱਦੀ ਕਰਨ ਦੀ ਸੇਵਾ ਕੀਤੀ ਜਾਏ। ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਸ਼ਸਤਰਾਂ ਨੂੰ ਉੱਲੀ ਲੱਗ ਜਾਂਦੀ ਹੈ ਪਿਆ ਹੋਇਆਂ ਨੂੰ, ਕਿਉਂਕਿ ਮੌਸਮ ਦੇ ਵਿੱਚ ਨਮੀ ਹੁੰਦੀ ਹੈ। ਕਈ ਵਾਰੀ ਸ਼ਸਤਰ ਜਰ ਵੀ ਫੜ ਲੈਂਦੇ ਹਨ, ਤਾਂ ਉਹਨਾਂ ਦੀ ਸੇਵਾ ਕਰਨੀ ਜ਼ਰੂਰੀ ਹੈ। ਪਾਤਸ਼ਾਹ ਇੱਕ ਪਿਰਤ ਖਾਲਸੇ ਪੰਥ ਵਿੱਚ ਪਾ ਰਹੇ ਨੇ ਕਿ ਆਪਣੇ ਖਜ਼ਾਨੇ 'ਚ ਜੋ ਸਿੰਘਾਂ ਨੇ ਸ਼ਸਤਰ ਰੱਖੇ ਨੇ, ਉਹਨਾਂ ਸ਼ਸਤਰਾਂ ਦੀ ਸੰਭਾਲ ਜਿਹੜੀ ਆ ਉਹ ਸਿੰਘਾਂ ਨੂੰ ਕਰਨੀ ਚਾਹੀਦੀ ਹੈ। ਐਸਾ ਨਾ ਹੋਵੇ ਕਿ ਜੇ ਕੋਈ ਤਲਵਾਰ, ਪਹਿਲੀ ਗੱਲ ਤਾਂ ਸਿੰਘਾਂ ਦੇ ਘਰਾਂ ਵਿੱਚ ਬਹੁਤ ਘੱਟ ਨੇ, ਜੇ ਹੁੰਦੀ ਵੀ ਹੈ ਕਿਸੇ ਸਿੰਘ ਦੇ ਘਰ ਵਿੱਚ ਤਾਂ ਵਿਰਲੇ ਸਿੰਘ ਨੇ ਜਿਹੜੇ ਉਹਨਾਂ ਤਲਵਾਰਾਂ ਨੂੰ ਜਾਂ ਸ਼ਸਤਰਾਂ ਨੂੰ ਸੰਭਾਲ ਕੇ ਰੱਖਦੇ ਨੇ। ਨਹੀਂ ਤਾਂ ਅਕਸਰ ਵੇਖਣ ਵਿੱਚ ਆਉਂਦਾ ਵੀ ਉਹ ਸ਼ਸਤਰ ਨੂੰ ਜਰ ਲੱਗੀ ਹੁੰਦੀ ਹੈ, ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਪੇਟੀ 'ਚ ਰੱਖਿਆ ਹੁੰਦਾ ਹੈ। ਇਹ ਸਾਡੇ ਬਜ਼ੁਰਗਾਂ ਦਾ ਸੀ, ਦਾਦੇ ਦਾ ਸੀ। ਤੋ ਐਸਾ ਨਹੀਂ ਹੋਣਾ ਚਾਹੀਦਾ। ਮਹਾਰਾਜ ਜੀ ਮਰਿਆਦਾ ਦੱਸ ਰਹੇ ਨੇ। ਤੋ ਨਵਰਾਤਰਿਆਂ ਦੇ ਦਿਨਾਂ ਵਿੱਚ ਸ਼ਿਗਲੀਗਰ ਸੱਦੇ ਨੇ, ਬੜੇ ਬੜੇ ਕੀਮਤੀ ਸ਼ਸਤਰ ਮਹਾਰਾਜ ਜੀ ਦੇ ਖਜ਼ਾਨੇ 'ਚੋਂ ਬਾਹਰ ਲਿਆਂਦੇ। ਰਾਮ ਸਿੰਘ ਨਾਂ ਸੀ ਉਸ ਸ਼ਿਗਲੀਗਰ ਮਿਸਤਰੀ ਦਾ, ਜਿਹੜਾ ਸ਼ਸਤਰਾਂ ਦੀ ਸੇਵਾ ਕਰ ਰਿਹਾ।
ਹੁਣ ਵੀ ਇਹਨਾਂ ਦੇ ਜਿਹੜੇ ਪਰਿਵਾਰ ਨੇ ਉਹ ਸ਼ਸਤਰ ਬਣਾਉਣ ਦੀ ਸੇਵਾ ਕਰਦੇ ਨੇ। ਰਾਮ ਸਿੰਘ ਜਿਹੜਾ ਮਿਸਤਰੀ ਸੀ ਮਹਾਰਾਜ ਜੀ ਦਾ ਸ਼ਸਤਰ ਬਣਾਉਣ ਵਾਲਾ, ਉਹਦੀ ਅੰਸ਼ ਵੰਸ਼ ਵਿੱਚੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਕੁਝ ਸਿੰਘ ਰਹਿੰਦੇ ਨੇ। ਜਦੋਂ ਦੀਵਾਲੀ ਦਾ ਜੋੜ ਮੇਲਾ ਹੁੰਦਾ ਹੈ ਤੇ ਸ਼ਸਤਰ ਕੱਢੇ ਜਾਂਦੇ ਨੇ ਤਖਤ ਤੋਂ, ਤਖਤ ਇਸ਼ਨਾਨ ਵਾਲੇ ਦਿਨ, ਤਾਂ ਉਹਨਾਂ ਸ਼ਸਤਰਾਂ ਦੀ ਸੇਵਾ ਕਰਨ ਲਈ ਅੱਜ ਵੀ ਰਾਮ ਸਿੰਘ ਦੇ ਜਿਹੜੇ ਅੱਗੇ ਵੰਸ਼ਜ ਨੇ ਉਹ ਆਉਂਦੇ ਨੇ ਸੇਵਾ ਕਰਨ ਲਈ। ਸ਼ਿਗਲੀਗਰ ਜਿਹੜੇ ਪਰਿਵਾਰ ਨੇ ਗੁਰੂ ਘਰ ਦੇ ਸਿੱਖ ਨੇ, ਕੇਸਾ ਧਾਰੀ ਨੇ, ਬਹੁਤ ਸਾਰੇ ਸ਼ਿਗਲੀਗਰ ਪਰਿਵਾਰ ਇੱਧਰ ਮਹਾਰਾਸ਼ਟਰ ਦੇ ਵਿੱਚ, MP ਦੇ ਵਿੱਚ ਪਰਿਵਾਰ ਹਨ ਜਿਨ੍ਹਾਂ ਦੀ ਸੰਭਾਲ ਪਿਛਲੇ ਸਮੇਂ ਵਿੱਚ ਸਿੱਖ ਨਹੀਂ ਕਰ ਸਕੇ। ਇਹਨਾਂ ਦੇ ਘਰਾਂ ਵਿੱਚ ਅਤੀ ਗਰੀਬੀ ਹੈ, ਪਰ ਹੁਣ ਕੁਝ ਸਿੱਖ ਸੰਸਥਾਵਾਂ ਉਹਨਾਂ ਸਾਰਿਆਂ ਦੀ ਸੰਭਾਲ ਦੇ ਵਿੱਚ ਤਤਪਰ ਹੋਈਆਂ ਨੇ। ਲੱਖਾਂ ਦੀ ਗਿਣਤੀ ਵਿੱਚ ਉਹ ਪਰਿਵਾਰ ਨੇ, ਸਿੱਖ ਨੇ ਔਰ ਕੇਸਾ ਧਾਰੀ ਨੇ। ਉਹਨਾਂ ਦਾ ਕੋਈ ਵੀ ਮੈਂਬਰ ਕੇਸ ਕਤਲ ਨਹੀਂ ਕਰਾਉਂਦਾ। ਹਾਲਾਂਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਬੱਚੇ ਪਤਿਤ ਹੋ ਰਹੇ ਨੇ, ਤਾਂ ਇਹ ਵੀ ਗੁਰੂ ਘਰ ਦੇ ਸੇਵਕ ਨੇ। ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ ਇਹਨਾਂ ਤੇ ਕਲਗੀਧਰ ਦੀਆਂ। ਤਦੇ ਸਿੱਖੀ ਹੈ ਉਹਨਾਂ ਪਾਸ, ਭਾਵੇਂ ਘਰ ਦੇ ਵਿੱਚ ਗਰੀਬੀ ਹੈ ਪਰ ਸਿੱਖੀ ਨਹੀਂ ਛੱਡੀ। ਤਾਂ ਉਹਨਾਂ ਪਰਿਵਾਰਾਂ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਔਰ ਸਿੱਖ ਸੰਭਾਲ ਵੀ ਰਹੇ ਨੇ। ਜਿਹੜੇ ਸੰਭਾਲ ਰਹੇ ਨੇ ਉਹਨਾਂ ਦਾ ਧੰਨਵਾਦ ਹੈ। ਰਾਮ ਸਿੰਘ ਤਲਵਾਰ ਮਾਂਜ ਰਿਹਾ, ਨਾਲ ਦੇ ਸਾਥੀ ਤਲਵਾਰ ਮਾਂਜ ਰਹੇ ਨੇ, ਤੇ ਉਹਨਾਂ ਨੇ ਪੈਰ ਨਾਲ ਦੱਬੀ ਹੋਈ ਹੈ, ਕਿਉਂਕਿ ਗੱਦੀ ਕਰਨ ਵਾਸਤੇ ਕਿਉਂ ਪੈਰ ਦੇ ਨਾਲ ਦੱਬਣਾ ਪੈਂਦਾ ਸ਼ਸਤਰ ਨੂੰ। ਤੋ ਕਲਗੀਧਰ ਜੀ ਨੇ ਵੇਖਿਆ ਬਾਹਰ ਆ ਕੇ, ਮਹਾਰਾਜ ਜੀ ਕਹਿੰਦੇ ਉਹ ਤੂੰ ਇਹ ਸਤਿਗੁਰਾਂ ਦੇ ਅਕਾਲ ਪੁਰਖ ਦੀ ਸ਼ਕਤੀ ਹੈ, ਸ਼ਸਤਰ ਨੇ, ਤੇ ਪੈਰ ਲਾ ਕੇ ਬੇਅਦਬੀ ਕਿਉਂ ਕਰਦਾ? ਹੱਥਾਂ ਨਾਲ ਮਾਂਜ, ਪੈਰ ਕਿਉਂ ਲਾਉਣਾ? ਤੋ ਇਹ ਜਦੋਂ ਘਟਨਾ ਘਟੀ ਹੈ, ਉੱਥੋਂ ਇੱਕ ਪ੍ਰਸੰਗ ਜੋ ਪੰਥ ਦੇ ਵਿੱਚ ਪ੍ਰਚਲਿਤ ਹੈ, ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ, ਜੋ ਗੁਰੂ ਘਰ ਦੇ ਬੜੇ ਮਹਾਨ ਸੇਵਕ ਨੇ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਹਨ। ਦਸਮੇਸ਼ ਪਾਤਸ਼ਾਹ ਨੂੰ ਜਿਨ੍ਹਾਂ ਨੇ ਗੁਰਿਆਈ ਦਾ ਤਿਲਕ ਦਿੱਤਾ ਸੀ, ਇਹ ਸਾਰੀ ਕਥਾ ਭਾਈ ਰਾਮ ਕੋਇਰ ਸਾਹਿਬ ਜੀ ਸੁਣਾ ਰਹੇ ਨੇ। ਸੋ ਸਾਖੀ ਉਸੇ ਦੇ ਆਧਾਰ ਤੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਦੇ ਵਿੱਚ, ਕਾਵਿ ਰੂਪ ਦੇ ਵਿੱਚ ਇਹ ਸਾਰੀ ਕਥਾ ਲਿਖੀ ਹੈ। ਆਓ ਸਾਹਿਬੇ ਕਮਾਲ ਗੁਰੂ ਕਲਗੀਧਰ ਸੁਆਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਲਿਤ ਪਦ ਚੰਦ ਸਾਦਰ ਸੇਵ ਮਾਂਜ ਬੇ ਕਰੀਏ। ਮਹਾਰਾਜ ਜੀ ਨੇ ਆਖਿਆ ਉਹ ਰਾਮ ਸਿੰਘ ਸ਼ਸਤਰਾਂ ਦੀ ਬੇਅਦਬੀ ਕਰਦਾ ਪੈਰ ਲਾ ਕੇ। ਇੱਦਾਂ ਸ਼ਸਤਰਾਂ ਨੂੰ ਨਹੀਂ ਪੈਰ ਲਾਈ ਦੇ, ਸਤਿਕਾਰ ਨਾਲ, ਆਦਰ ਨਾਲ ਸ਼ਸਤਰਾਂ ਨੂੰ ਗੱਦੀ ਕਰਨ ਦੀ, ਮਾਂਜਣ ਦੀ ਸੇਵਾ ਕਰੋ। ਏਕੈ ਅਗਰ ਸਿਧਾਏ। ਇਹ ਕਹਿ ਕੇ ਕਲਗੀਧਰ ਜੀ ਉੱਥੋਂ ਅੱਗੇ ਚਲੇ ਗਏ। ਬੈਠੇ ਬੌਰ ਖਾਲਸਾ ਆਇਓ। ਕਿੱਥੇ ਗਏ? ਦੀਵਾਨ ਵਿੱਚ ਚਲੇ ਗਏ, ਜਿੱਥੇ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ। ਦੀਵਾਨ ਵਿੱਚ ਆ ਕੇ ਬੈਠੇ ਨੇ ਮਹਾਰਾਜ ਜੀ ਦਾ ਖਾਲਸਾ। ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਦੀਵਾਨ ਵਿੱਚ ਹਾਜ਼ਰ ਹੋਇਆ। ਸ਼੍ਰੀ ਮੁਖ ਦਰਸ਼ਨ ਪਾਏ। ਆਣ ਕੇ ਤਿਨਾਂ ਨੇ ਸਤਿਗੁਰੂ ਜੀ ਦੇ ਸੋਹਣੇ ਮੁਖੜੇ ਦੇ, ਸੋਹਣੇ ਸਵਰੂਪ ਦੇ ਖਾਲਸੇ ਨੇ ਦਰਸ਼ਨ ਕੀਤੇ ਨੇ। ਬੜਾ ਸੁੰਦਰ ਸਰੂਪ ਹੈ ਮੇਰੇ ਪਾਤਸ਼ਾਹ ਦਾ, ਤੇਰੇ ਬੰਕੇ ਲੋਇਣ, ਦੰਤ ਰਿਸਾਲਾ, ਸੋਹਣੇ ਨੱਕ, ਜਿਨ ਲੰਬੜੇ ਵਾਲਾ। ਐਸਾ ਸੋਹਣਾ ਸਰੂਪ ਮਹਾਰਾਜ ਕਲਗੀਧਰ ਸੁਆਮੀ ਦਾ
ਸਾਰੇ ਖਾਲਸੇ ਨੇ ਨਿਹਾਰਿਆ, ਸਿੰਘਾਂ ਨੇ ਦਰਸ਼ਨ ਦਿਦਾਰੇ ਕੀਤੇ ਹਨ। ਕੇਤਕ ਚਿਰ ਮੈਂ ਇੱਕ ਸਿੱਖ ਬੋਲਿਓ। ਇੰਨੇ ਨੂੰ ਇੱਕ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਤੇ ਕਹਿਣ ਲੱਗਾ, ਮਾਰਵਾਰੀਆ ਜੋਈ। ਮਹਾਰਾਜ ਜੀ ਜਿਹੜੇ ਉਹ ਮਾਰਵਾੜੀਏ ਸ਼ਿਗਲੀਗਰ ਸ਼ਸਤਰਾਂ ਦੀ ਸੇਵਾ ਕਰ ਰਹੇ ਹਨ। ਪੁੰਜ ਖੜਗ ਸਿਰ ਪਰ ਧਰ ਬੈਠਿਓ। ਮਹਾਰਾਜ ਜੀ ਉਹਨਾਂ ਦਾ ਜਿਹੜਾ ਆਗੂ ਹੈ ਰਾਮ ਸਿੰਘ ਤੇ ਉਹਦੇ ਨਾਲ ਦੇ ਜਿਹੜੇ ਸਾਥੀ ਨੇ, ਮਹਾਰਾਜ ਉਹਨਾਂ ਨੇ ਜਿੰਨੀਆਂ ਤਲਵਾਰਾਂ ਨੇ, ਸ਼ਸਤਰ ਨੇ, ਉਹ ਇਕੱਠੇ ਕਰਕੇ ਨਾ ਉਹਨਾਂ ਦੀ ਪੰਡ ਬੰਨ੍ਹ ਕੇ ਸਿਰਾਂ ਤੇ ਰੱਖ ਲਏ ਨੇ ਤੇ ਉਹ ਆਪਣੇ ਸਿਰਾਂ ਤੇ ਰੱਖ ਕੇ ਸ਼ਸਤਰ ਬੈਠੇ ਨੇ। ਸੇਵਾ ਨਹੀਂ ਪਏ ਕਰਦੇ, ਸ਼ਸਤਰਾਂ ਨੂੰ ਮਾਂਜ ਨਹੀਂ ਰਹੇ, ਉਹਨਾਂ ਨੂੰ ਇਕੱਠਿਆਂ ਕਰਕੇ ਪੰਡ ਬੰਨ੍ਹ ਕੇ ਸ਼ਸਤਰਾਂ ਦੀ ਉਹਨਾਂ ਨੇ ਸਿਰਾਂ ਤੇ ਰੱਖ ਲਈ ਹੈ। ਕਾਰ ਨ ਕਰਤਾ ਸੋਈ। ਮਹਾਰਾਜ ਜਿਹੜੀ ਕਾਰ ਉਹਨੂੰ ਲਾਈ ਹੋਈ ਆ ਵੀ ਸ਼ਸਤਰਾਂ ਨੂੰ ਗੱਦੀ ਕਰਨਾ, ਤਲਵਾਰਾਂ ਨੂੰ ਗੱਦੀ ਕਰਨਾ, ਮਹਾਰਾਜ ਉਹ ਕਾਰ ਨਹੀਂ ਪਿਆ ਕਰਦਾ ਰਾਮ ਸਿੰਘ। ਉਹਨੇ ਸ਼ਸਤਰ ਸਾਰੇ ਇਕੱਠੇ ਕਰਕੇ ਤੇ ਇੱਕ ਪੰਡ ਜੀ ਬੰਨ੍ਹ ਕੇ ਤੇ ਆਪਣੇ ਸਿਰਾਂ ਤੇ ਰੱਖ ਲਏ ਨੇ। ਨਾਲ ਦੇ ਜਿਹੜੇ ਉਹਦੇ ਸਾਥੀ ਨੇ ਮਾਰਵਾੜੀਏ, ਉਹਨਾਂ ਨੇ ਵੀ ਉਸੇ ਤਰ੍ਹਾਂ ਹੀ ਉਹ ਸ਼ਸਤਰ ਆਪਣੇ ਸਿਰਾਂ ਤੇ ਰੱਖੇ ਹਨ। ਸੁਨ ਬਿਕਸੇ ਪ੍ਰਭ ਗਏ ਬਿਲੋਕਨ। ਕਲਗੀਧਰ ਸਤਿਗੁਰੂ ਜਾਣਦੇ ਸਨ ਮਹਾਰਾਜ ਜੀ ਆਪ ਹੀ ਇਹ ਖੇਡ ਰਚੀ ਹੈ। ਮਹਾਰਾਜ ਜੀ ਮੁਸਕਰਾ ਪਏ, ਕਹਿੰਦੇ ਚਲੋ ਚੱਲੀਏ ਉਹਨਾਂ ਦੇ ਕੋਲ ਚੱਲ ਕੇ ਗੱਲਬਾਤ ਕਰੀਏ। ਸਿੰਘਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਜਿੱਥੇ ਮਾਰਵਾੜੀਏ ਸ਼ਿਗਲੀਗਰ ਸ਼ਸਤਰਾਂ ਦੀ ਸੇਵਾ ਸੰਭਾਲ ਕਰ ਰਹੇ ਸਨ, ਉੱਥੇ ਕਲਗੀਧਰ ਪਾਤਸ਼ਾਹ ਜੀ ਆਏ ਹਨ। ਦੇਖਿਓ ਤਿਸੀ ਪ੍ਰਕਾਰਾ। ਵੇਖਿਆ ਰਾਮ ਸਿੰਘ ਨੇ ਸਾਰੀਆਂ ਤਲਵਾਰਾਂ ਇਕੱਠੀਆਂ ਕਰਕੇ ਤੇ ਸਿਰ ਤੇ ਰੱਖੀਆਂ ਹੋਈਆਂ। ਨਾਲ ਉਹਦੇ ਜਿਹੜੇ ਸਾਥੀ ਸਿੱਖ ਨੇ, ਉਹਨਾਂ ਨੇ ਵੀ ਤਲਵਾਰਾਂ ਇਕੱਠੀਆਂ ਕਰਕੇ ਸਿਰਾਂ ਤੇ ਰੱਖੀਆਂ ਹੋਈਆਂ ਨੇ। ਇਹ ਕਿਆ ਕਰਿਓ ਨਾ ਸੇਵਾ ਠਾਨਤ। ਕਲਗੀਧਰ ਜੀ ਨੇ ਜਾ ਕੇ ਆਖਿਆ, ਰਾਮ ਸਿੰਘ ਜੀ ਇਹ ਕੀ ਕਰਦੇ ਹੋ, ਸੇਵਾ ਕਿਉਂ ਨਹੀਂ ਪਏ ਕਰਦੇ? ਤੁਹਾਨੂੰ ਕਿਹਾ ਸੀ ਸ਼ਸਤਰਾਂ ਨੂੰ ਮਾਂਜਣ ਦੀ, ਗੱਦੀ ਕਰਨ ਦੀ ਸੇਵਾ ਕਰਨੀ ਹੈ, ਤੇ ਤੁਸੀਂ ਸੇਵਾ ਕਰਨ ਦੀ ਬਜਾਏ ਇਹ ਸ਼ਸਤਰ ਚੁੱਕ ਕੇ ਆਪਣੇ ਸਿਰ ਤੇ ਰੱਖੇ ਹੋਏ ਨੇ। ਇਹਦਾ ਕੀ ਕਾਰਨ ਹੈ? ਬੈਠੇ ਸਮਾਂ ਗੁਜ਼ਾਰਾ। ਔਰ ਇੱਥੇ ਬੈਠਿਆਂ ਤੁਸੀਂ ਟਾਈਮ ਖਰਾਬ ਕਰ ਦਿੱਤਾ। ਇੰਨੇ ਨੂੰ ਤਾਂ ਤੁਸੀਂ ਕਿੰਨੇ ਸ਼ਸਤਰ ਸੇਵਾ ਕਰ ਦੇਣੀ ਸੀ, ਤੇ ਇੱਥੇ ਬੈਠਿਆਂ ਤੁਸੀਂ ਸਾਰੀ ਦਿਹਾੜੀ ਜਿਹੜੀ ਆ ਉਹ ਖਰਾਬ ਕਰ ਦਿੱਤੀ ਹੈ। ਮਹਾਰਾਜ ਰਾਵਰ ਕੀ ਆਇਸ। ਭਾਈ ਰਾਮ ਸਿੰਘ ਨੇ ਅੱਗੋਂ ਬੇਨਤੀ ਕੀਤੀ, ਕਲਗੀਧਰ ਜੀ ਆਪ ਜੀ ਦਾ ਹੁਕਮ ਸੀ, ਜਦੋਂ ਆਪ ਜੀ ਇੱਥੋਂ ਲੰਘ ਕੇ ਗਏ, ਆਪ ਜੀ ਸਾਨੂੰ ਆਗਿਆ ਕਰਕੇ ਗਏ ਹੋ, ਹੁਕਮ ਕਰਕੇ ਗਏ ਹੋ ਅਦਬ ਕਰਨ ਹੀ ਹੋਵੇ ਕਿ ਸ਼ਸਤਰਾਂ ਦਾ ਅਦਬ ਕਰਨਾ। ਮਹਾਰਾਜ ਅਦਬ ਤਾਂ ਇਦਾਂ ਹੀ ਹੁੰਦਾ, ਸਿਰ ਤੇ ਰੱਖ ਕੇ। ਤੁਸੀਂ ਕਿਹਾ ਸੀ ਵੀ ਅਦਬ ਕਰੋ ਸ਼ਸਤਰਾਂ ਦਾ, ਤੇ ਮਹਾਰਾਜ ਅਸੀਂ ਇਹ ਸ਼ਸਤਰ ਸਿਰ ਤੇ ਰੱਖੇ ਨੇ, ਤੇ ਅਦਬ ਤਾਂ ਇਦਾਂ ਹੀ ਹੁੰਦਾ ਮਹਾਰਾਜ, ਸੀਸ ਤੇ ਰੱਖ ਕੇ। ਹੁਣ ਇਹਦੇ ਤੋਂ ਵੱਧ ਅਦਬ ਤਾਂ ਨਹੀਂ ਨਾ ਹੋ ਸਕਦਾ, ਜਦੋਂ ਸੀਸ ਤੇ ਰੱਖ ਲਏ ਸ਼ਸਤਰ ਆਪਣੇ ਸਿਰ ਦਾ ਤਾਜ ਬਣਾ ਕੇ। ਮਹਾਰਾਜ ਅਦਬ ਤਾਂ ਇਸੇ ਤਰ੍ਹਾਂ ਹੀ ਹੁੰਦਾ ਹੈ। ਸੇਵਾ ਮਾਂਜਨ ਕੀ ਹੋਏ ਤੈਸੇ। ਤੇ ਜੇ ਇਹਨਾਂ ਨੂੰ ਮਾਂਜਣ ਦੀ ਸੇਵਾ ਕਰਨੀ ਹੈ, ਉਹ ਉਦਾਂ ਹੀ ਹੋਣੀ ਹੈ ਜਿਵੇਂ ਅਸੀਂ ਪਹਿਲਾਂ ਕਰਦੇ ਸੀ, ਪੈਰ ਰੱਖ ਕੇ, ਕਿਉਂਕਿ ਸਾਡੀ ਮਜਬੂਰੀ ਹੈ। ਤਲਵਾਰ ਨੂੰ ਪੈਰ ਨਾਲ ਦੱਬ ਕੇ ਫਿਰ ਜ਼ੋਰ ਨਾਲ ਉਹਦੀ ਗੱਦੀ ਕੀਤੀ ਜਾਂਦੀ ਹੈ, ਕਿਉਂਕਿ ਜੇ ਉਹ ਨਾ ਦੱਬੀਏ ਤੇ ਹਿੱਲਦੀ ਹੈ, ਗੱਦੀ ਨਹੀਂ ਹੁੰਦੀ। ਇਸ ਕਰਕੇ ਅਸੀਂ ਮਹਾਰਾਜ ਜਿਹੜੇ ਮਾਂਜਣ ਦੀ ਸੇਵਾ ਕਰਨੀ ਹੈ, ਫਿਰ ਤਾਂ ਉਦਾਂ ਹੀ ਹੋਣੀ ਹੈ ਜਿਵੇਂ ਅਸੀਂ ਕਰਦੇ ਸੀ। ਤੇ ਜੇ ਤੁਸੀਂ ਅਦਬ ਕਰਨਾ ਕਹਿੰਦੇ ਹੋ ਤੇ ਅਦਬ ਇਦਾਂ ਹੋਣਾ। ਇਹ ਹੁਣ ਤੁਸੀਂ ਦੱਸੋ ਵੀ ਅਸੀਂ ਅਦਬ ਕਰੀਏ ਕਿ ਸੇਵਾ ਕਰੀਏ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕਿਤੇ ਐਸਾ ਬਿਰਤਾਂਤ ਵਰਤੇ ਨਾ, ਸਿੰਘ ਇਹ ਨਾ ਆਖਣ ਵੀ ਤੁਸੀਂ ਪੈਰ ਕਿਉਂ ਲਾਇਆ ਸ਼ਸਤਰ ਨੂੰ ਸੇਵਾ ਕਰਨ ਵੇਲੇ। ਜਦੋਂ ਸ਼ਸਤਰ ਬਣਾਉਂਦੇ ਨੇ, ਤਲਵਾਰਾਂ ਘੜੀਆਂ ਜਾਂਦੀਆਂ, ਉਦੋਂ ਪੈਰ ਵੀ ਲੱਗਦੇ ਹਨ। ਤੋ ਕੋਈ ਆਖੇ ਜੀ ਇਹ ਤਾਂ ਸ਼ਸਤਰਾਂ ਦੀ ਬੇਅਦਬੀ ਕਰਦੇ ਆ, ਪਰ ਜਦੋਂ ਬਣਾਉਣ ਦੀ ਸੇਵਾ ਜਾਂ ਉਹਨਾਂ ਨੂੰ ਸਾਂਭ ਸੰਭਾਲਣ ਦੀ ਸੇਵਾ ਹੋਣੀ ਹੈ, ਮਾਂਜਣ ਦੀ, ਉਦੋਂ ਇਹ ਸੇਵਾ ਦੇ ਵਿੱਚ ਇੱਦਾਂ ਜਿਹੜੀ ਸੇਵਾ ਕੀਤੀ ਜਾਂਦੀ ਉਹ ਮੁਆਫ ਹੁੰਦੀ ਹੈ। ਪਰ ਹਾਂ ਜੇ ਸ਼ਸਤਰ ਸਤਕਾਰ ਸਹਿਤ ਰੱਖਿਆ, ਫਿਰ ਕੋਈ ਪੈਰ ਲਾਵੇ ਫਿਰ ਗਲਤੀ ਹੈ, ਫਿਰ ਸ਼ਸਤਰ ਨੂੰ ਪੈਰ ਲੱਗਣਾ ਉਹ ਫਿਰ ਬੇਅਦਬੀ ਹੈ ਸ਼ਸਤਰ ਦੀ। ਪਰ ਜੇ ਸੇਵਾ ਕਰਦਿਆਂ ਹੋ ਰਿਹਾ ਐਸਾ, ਫਿਰ ਨਹੀਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਾਰੀ ਵਿਧ ਬਣਾਈ ਹੋਈ ਸੀ, ਸਿੰਘਾਂ ਵਾਸਤੇ ਵੀ, ਅੱਗੇ ਖਾਲਸੇ ਵਾਸਤੇ ਵੀ ਪੂਰਨੇ ਪਾਉਣੇ ਸਨ। ਤੋ ਮਹਾਰਾਜ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਿਹਾ ਰਾਮ ਸਿੰਘ, ਮਹਾਰਾਜ ਮਾਂਜਣ ਦੀ ਸੇਵਾ ਤਾਂ ਉਦਾਂ ਹੀ ਹੋਣੀ ਹੈ ਜਿਵੇਂ ਅਸੀਂ ਪਹਿਲਾਂ ਕਰਦੇ ਸੀ। ਜੇ ਤੁਸੀਂ ਅਦਬ ਕਰਨ ਦਾ ਹੁਕਮ ਕੀਤਾ ਤੇ ਅਦਬ ਇਦਾਂ ਹੋਣਾ ਜਿਵੇਂ ਅਸੀਂ ਹੁਣ ਕੀਤਾ ਹੈ। ਜਥਾ ਪ੍ਰਥਮ ਮਲ ਖੋਵੇ। ਮਹਾਰਾਜ ਜਿਵੇਂ ਅਸੀਂ ਪਹਿਲਾਂ ਪੈਰ ਰੱਖ ਕੇ ਮਾਂਜ ਰਹੇ ਸੀ, ਮਾਂਜਣ ਵਾਸਤੇ
ਜੇ ਸ਼ਸਤਰ ਦੀ ਮੈਲ ਦੂਰ ਕਰਨੀ, ਉੱਤੇ ਸ਼ਸਤਰ ਤੇ ਜਿਹੜੀ ਕਾਲਖ ਲੱਗੀ ਹੁੰਦੀ ਹੈ ਜਾਂ ਜਿਹੜੀ ਜਰ ਲੱਗੀ ਹੁੰਦੀ ਹੈ, ਉਹਨੂੰ ਦੂਰ ਕਰਨ ਵਾਸਤੇ ਮਹਾਰਾਜ ਜੀ ਉਹੀ ਤਰੀਕਾ ਹੈ ਜੋ ਅਸੀਂ ਪਹਿਲਾਂ ਕਰ ਰਹੇ ਸੀ। ਬਿਗਸ ਪ੍ਰਭੂ ਕੈ ਤੁਮ ਕੋ ਬਖਸ਼ਿਓ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿੰਦੇ, ਰਾਮ ਸਿੰਘ ਜੀ ਤੁਹਾਨੂੰ ਮਾਫ ਹੈ, ਤੁਹਾਨੂੰ ਖਿਮਾ ਹੈ, ਕਿਉਂਕਿ ਸੇਵਾ ਕਰਨ ਵੇਲੇ ਤੁਸੀਂ ਸ਼ਸਤਰ ਨੂੰ, ਇਹ ਮਜਬੂਰੀ ਹੈ, ਹੋਰ ਕੋਈ ਤਰੀਕਾ ਨਹੀਂ ਹੈ, ਤੋ ਇਹ ਤੁਹਾਡੇ ਲਈ ਮਾਫ ਹੈ। ਏਦਾਂ ਮਹਾਰਾਜ ਕਲਗੀਧਰ ਜੀ ਨੇ ਮੁਸਕਰਾ ਕੇ ਬਚਨ ਕਿਹਾ। ਸ਼ਸਤਰਨ ਕੇ ਨਿਤ ਦਾਸਾ। ਮਹਾਰਾਜ ਜੀ ਕਹਿੰਦੇ, ਭਾਈ ਸ਼ਸਤਰਾਂ ਦੇ ਤਾਂ ਨਿਤ ਦਾਸ ਬਣ ਕੇ ਰਹੀਏ। ਸ਼ਸਤਰ ਪੀਰ ਨੇ ਤੇ ਦਾਸ, ਹਾਂ ਮਜਬੂਰੀ ਹੈ ਸੇਵਾ ਕਰਨ ਵੇਲੇ, ਇਦਾਂ ਹੋ ਰਹੀ ਹੈ, ਪਰ ਮਨ 'ਚ ਭਾਵਨਾ ਇਹ ਹੋਣੀ ਚਾਹੀਦੀ ਹੈ ਕਿ ਮੈਂ ਇਹਨਾਂ ਦਾ ਦਾਸ ਹਾਂ। ਮਨ 'ਚ ਇਹ ਭਾਵਨਾ ਹੋਣੀ ਚਾਹੀਦੀ। ਕਲਗੀਧਰ ਕਹਿੰਦੇ ਆ ਕਿ ਸਾਡੇ ਪੀਰ ਨੇ ਸ਼ਸਤਰ, ਯਹ ਹਮਾਰੇ ਪੀਰ। ਕਲਗੀਧਰ ਸਵਾਮੀ ਨੇ ਸ਼ਸਤਰ ਨਾਮ ਮਾਲਾ ਬਾਣੀ ਰਚੀ ਹੈ ਦਸਮ ਬਾਣੀ ਦੇ ਅੰਦਰ। ਸ਼ਸਤਰ ਨਾਮ ਮਾਲਾ ਦੇ ਵਿੱਚ ਗੁਰਦੇਵ ਨੇ ਸ਼ਸਤਰਾਂ ਦੀ ਉਪਮਾ ਕੀਤੀ ਹੈ, ਸ਼ਸਤਰਾਂ ਦੀ ਮਹਿਮਾ ਵਰਣਨ ਕੀਤੀ ਹੈ। ਤੀਰ ਤੁਹੀਂ ਸੈਥੀ ਤੁਹੀਂ, ਤੁਹੀਂ ਤਬਰ ਤਰਵਾਰ, ਨਾਮ ਤਿਹਾਰੋ ਜੋ ਜਪੈ ਭਏ ਸਿੰਧ ਪਵ ਪਾਰ। ਜਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ, ਜਤੇ ਅਸਤਰ ਭੇਅੰਗ ਨਮਸਕਾਰ ਤੇ। ਤੋ ਸ਼ਸਤਰਾਂ ਨੂੰ ਤੁਹੀਂ ਨਿਸ਼ਾਨੀ ਜੀਤ ਕੀ, ਆਜ ਤੁਹੀਂ ਜਗਵੀਰ। ਸੈਫ ਸਰੋਹੀ ਸਹਿਹਥੀ, ਯਹ ਹਮਾਰੇ ਪੀਰ। ਇਹ ਸਾਡੇ ਪੀਰ ਹਨ। ਤੋ ਮਨ 'ਚ ਅਦਬ ਭਾਵ ਰੱਖਣਾ ਸ਼ਸਤਰਾਂ ਪ੍ਰਤੀ। ਕਰੋ ਪ੍ਰੇਮ ਤੇ ਸੇਵਾ ਆਯੁਧ। ਔਰ ਪ੍ਰੇਮ ਸਹਿਤ ਸ਼ਸਤਰਾਂ ਦੀ ਸੇਵਾ ਸੰਭਾਲ ਕਰਨੀ ਹੈ, ਤੋ ਸਭ ਸੁਖ ਹੋਏ ਪਾਸਾ। ਤੇ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ, ਤੁਹਾਨੂੰ ਸਾਰੇ ਸੁਖ ਹਾਸਲ ਹੋਣਗੇ ਜਦੋਂ ਪ੍ਰੇਮ ਸਹਿਤ, ਭਾਵਨਾ ਸਹਿਤ ਸ਼ਸਤਰਾਂ ਦੀ ਸੇਵਾ ਟਹਿਲ ਕਰੋਗੇ। ਰਾਮ ਸਿੰਘ ਤੈ ਨਾਮ ਹੋਤੋ। ਇਹ ਜਿਹੜਾ ਸ਼ਿਗਲੀਗਰ ਸਿੱਖ ਸੀ ਸ਼ਸਤਰਾਂ ਦੀ ਸੇਵਾ ਕਰਨ ਵਾਲਾ, ਇਹਦਾ ਨਾਮ ਭਾਈ ਰਾਮ ਸਿੰਘ ਸੀ। ਸੁਨ ਗੁਰ ਕੋ ਬੰਧਨ ਠਾਨੀ। ਮਹਾਰਾਜ ਜੀ ਦੇ ਬਚਨ ਸੁਣ ਕੇ ਰਾਮ ਸਿੰਘ ਨੇ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕਿਆ, ਬੰਦਨਾ ਕੀਤੀ। ਮਾਂਜਨ ਕਰਨ ਲੱਗਿਓ ਸੁਧ ਸ਼ਸਤਰਨ। ਫਿਰ ਜਿਵੇਂ ਹੁਕਮ ਸੀ ਸਾਹਿਬ ਦਾ, ਉਸੇ ਤਰ੍ਹਾਂ ਸ਼ਸਤਰਾਂ ਨੂੰ ਮਾਂਜਣ ਲੱਗੇ, ਸ਼ਸਤਰਾਂ ਨੂੰ ਮਾਂਜ ਕੇ ਸੇਵਾ ਕਰਨ ਲੱਗੇ। ਪੁਨ ਸੁਖ ਲਿਓ ਮਾਨੀ। ਔਰ ਭਾਰੀ ਸੁਖ ਭਾਈ ਰਾਮ ਸਿੰਘ ਨੇ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਪ੍ਰਾਪਤ ਕੀਤਾ। ਸ਼ਸਤਰਾਂ ਦੀ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ। ਉੱਚੇ ਥਲ ਟਿਕਾਏ ਸਭ ਆਯੁਧ। ਸਾਰੇ ਸ਼ਸਤਰਾਂ ਨੂੰ ਸੇਵਾ ਕਰਕੇ ਉੱਚੇ ਥਾਂ ਤੇ ਟਿਕਾਇਆ, ਉੱਚੇ ਥਾਂ ਤੇ ਸਜਾਇਆ ਹੈ। ਪੂਜਾ ਸੋਜ ਮੰਗਾਈ। ਮਹਾਰਾਜ ਜੀ ਨੇ ਇੱਕ ਵੱਡਾ ਪਲੰਗਾ, ਉਸ ਪਲੰਗੇ ਦੇ ਉੱਤੇ ਬੜੇ ਵੱਡਾ ਥੜਾ ਜਿਹਾ ਬਣਾ ਕੇ ਨਾ, ਉਹ ਸਾਰੇ ਸ਼ਸਤਰ ਉੱਤੇ ਸਜਾਏ ਹਨ। ਉੱਤੇ ਚੰਦੋਆ ਤਾਣਿਆ ਬੜਾ ਸੁੰਦਰ ਸ਼ਸਤਰਾਂ ਦੇ ਉੱਤੇ। ਔਰ ਕਿਉਂਕਿ ਪੀਰ ਹਨ, ਯਹ ਹਮਾਰੇ ਪੀਰ, ਸਾਡੇ ਪੀਰ ਤਾਂ ਸ਼ਸਤਰ ਨੇ। ਅਸੀਂ ਕਿਸੇ ਮੜੀ ਕਬਰ ਨੂੰ ਪੀਰ ਕਰਕੇ ਨਹੀਂ ਪੂਜਦੇ, ਸਾਡੇ ਤਾਂ ਇਹ ਜ਼ਾਹਰ ਪੀਰ ਨੇ, ਸ਼ਕਤੀ ਅਕਾਲ ਪੁਰਖ ਦੀ, ਇਹ ਜ਼ਾਹਰ ਪੀਰ ਨੇ ਸ਼ਸਤਰ। ਤੋ ਮਹਾਰਾਜ ਜੀ ਨੇ ਉਹਨਾਂ ਸਾਰਿਆਂ ਸ਼ਸਤਰਾਂ ਨੂੰ ਉੱਚੇ ਥਾਂ ਤੇ ਸਜਾਇਆ। ਔਰ ਪੂਜਾ ਕਰਨ ਦੀ ਵਿਧੀ ਜਿਹੜੀ ਆ ਦੁਸਹਿਰੇ ਵਾਲੇ ਦਿਨ ਦੀ ਰਚੀ ਹੈ। ਚੰਡੀ ਚਰਿੱਤਰ ਪਾਠ ਨਿਤ ਹੋਵੇ। ਖਾਲਸਾ ਜੀ ਨਵਰਾਤਰਿਆਂ ਦੇ ਦਿਨਾਂ ਵਿੱਚ ਹੁਣ ਵੀ ਦੁਸਹਿਰੇ ਮਹਾਤਮ ਦਾ ਪਾਠ ਜਿਹੜਾ ਉਹ ਸਿੰਘ ਕਰਦੇ ਨੇ ਸ਼ਾਮ ਵੇਲੇ। ਚੰਡੀ ਚਰਿੱਤਰ ਦਾ ਪਾਠ, ਚੰਡੀ ਚਰਿੱਤਰ ਪਹਿਲਾ, ਚੰਡੀ ਚਰਿੱਤਰ ਦੂਜਾ। ਸਾਨੂੰ ਤਾਂ ਇਹਨਾਂ ਬਾਣੀਆਂ ਦਾ ਪਤਾ ਹੀ ਨਹੀਂ ਹੈ, ਪੜ੍ਹਦੀਆਂ ਤਾਂ ਕਿਤੇ ਕਦੇ ਸੁਣੀਆਂ ਵੀ ਨਹੀਂ ਹੋਣੀਆਂ। ਬਹੁਤ ਵਿਰਲੇ ਸਿੰਘ ਹੋਣਗੇ ਜਿਨ੍ਹਾਂ ਨੂੰ ਇਹਨਾਂ ਬਾਣੀਆਂ ਦਾ ਬੋਧ ਹੋਵੇ। ਜੇ ਕੋਈ ਪੜ੍ਹਦਾ ਵੀ ਆ ਤਾਂ ਉੱਦਾਂ ਹੀ ਡਰੀ ਜਾਂਦੇ ਆ ਜੀ, ਚੰਡੀ ਦੀ ਵਾਰ ਕਿਤੇ ਪੜ੍ਹ ਕੇ ਚੰਡੀ ਤਾਂ ਨਹੀਂ ਪੁੱਠੀ ਪੈਂਦੀ। ਉਹ ਥਾਂ ਥਾਂ ਤੇ ਪੁੱਛਦੇ ਫਿਰਦੇ ਆ ਜੀ, ਚੰਡੀ ਦੀ ਵਾਰ ਪੜ੍ਹਨ ਦੀ ਮਰਿਆਦਾ ਕੀ ਹੈ ਜੀ, ਵਿਧੀ ਕੀ ਹੈ ਜੀ, ਜੇ ਪੜ੍ਹੀਏ ਤਾਂ ਚੰਡੀ ਪੁੱਠੀ ਤਾਂ ਨਹੀਂ ਪੈਂਦੀ ਜੀ। ਸਾਡੇ ਪਰਿਵਾਰ 'ਚ ਫਲਾਣਾ ਪੜ੍ਹਦਾ ਸੀ, ਚੰਡੀ ਵਾਰ ਪੁੱਠਾ ਹੋ ਗਿਆ ਸੀ। ਇੱਦਾਂ ਦੀਆਂ ਕਾਲਪਨਿਕ ਗੱਲਾਂ ਉੱਦਾਂ ਹੀ ਪਤਾ ਨਹੀਂ ਕਿੰਨੀਆਂ ਕੁ ਬਣਾਈਆਂ ਹੋਈਆਂ ਲੋਕਾਂ ਨੇ। ਤੋ ਜਿਹੜੇ ਪੁਰਾਤਨ ਸਿੰਘ ਨੇ ਉਹ ਸਾਰੀਆਂ ਬਾਣੀਆਂ ਨੂੰ ਬੜੇ ਅਦਬ ਸਤਿਕਾਰ ਨਾਲ ਪੜ੍ਹਦੇ ਆ। ਜੈਸੇ ਆਦ ਦੀਆਂ ਬਾਣੀਆਂ ਜਪਜੀ ਸਾਹਿਬ ਪੜ੍ਹਦੇ, ਸੁਖਮਣੀ ਸਾਹਿਬ, ਇਸੇ ਤਰ੍ਹਾਂ ਦਸਮ ਦੀਆਂ ਬਾਣੀਆਂ ਦਾ ਸਤਿਕਾਰ ਹੈ ਪੰਥ ਵਿੱਚ। ਤੋ ਉਸ ਵਕਤ ਚੰਡੀ ਚਰਿੱਤਰ ਦਾ ਪਾਠ ਹੁਣ ਵੀ ਦਲਾਂ ਪੰਥਾਂ ਦੇ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਜਦੋਂ ਜਾਈਏ ਤੇ ਨਵਰਾਤਰਿਆਂ ਦੇ ਦਿਨਾਂ 'ਚੋਂ ਸਾਰੇ ਸ਼ਸਤਰਾਂ ਨੂੰ ਉੱਤੇ ਰੱਖ ਕੇ ਫਿਰ ਦਸਮ ਦੀਆਂ ਬਾਣੀਆਂ ਜਿਹੜੀਆਂ ਨੇ ਪੜ੍ਹੀਆਂ ਜਾਂਦੀਆਂ ਹਨ। ਹਾਂਜੀ।
ਸੈਸਕ੍ਰਿਤ ਅਰ ਭਾਖਾ ਫਿਰ ਸਹਿਸਕ੍ਰਿਤੀ ਭਾਖਾ ਜਿਹੜੀ ਬਾਣੀ ਹੈ ਉਹ ਪੜ੍ਹੀ ਜਾਂਦੀ ਹੈ। ਧੂਪ ਦੀਪ ਚੰਦਨ ਕੋ ਚਰਚਿਤ ਸ਼ਸਤਰਾਂ ਦੀ ਪੂਜਾ ਹੁੰਦੀ ਆ, ਧੂਫ ਧੁਖਾਈ ਜਾਂਦੀ ਆ, ਦੀਪ ਜਗਾਇਆ ਜਾਂਦਾ, ਚੰਦਨ ਦਾ ਚਰਚਣ ਕੀਤਾ ਜਾਂਦਾ ਹੈ। ਫੂਲ ਮਾਲ ਬੋ ਰਾਖਾ ਫੁੱਲਾਂ ਦੀਆਂ ਮੜਾਵਾਂ ਗੁੰਦ ਕੇ ਸ਼ਸਤਰਾਂ ਨੂੰ ਭੇਟ ਕੀਤੀਆਂ ਜਾਂਦੀਆਂ ਹਨ। ਚਮਰ ਫੇਰ ਕੇ ਤਕ ਚਿਰ ਸ਼੍ਰੀ ਪ੍ਰਭ ਇਸੇ ਤਰ੍ਹਾਂ ਚਬਰ ਗੁਰੂ ਕਲਗੀਧਰ ਜੀ ਕਈ ਵਾਰ ਆਪ ਚਬਰ ਚਲਾਉਂਦੇ ਆ ਸ਼ਸਤਰਾਂ ਦੇ ਉੱਤੇ। ਸ਼ਸਤਰਾਂ ਦੇ ਉੱਤੇ ਆਪ ਖੁਦ ਚਬਰ ਸਾਹਿਬ ਚਲਾਉਣ ਦੀ ਸੇਵਾ ਕਰਦੇ ਨੇ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਸੁਆਮੀ। ਪੂਜਾ ਪਾਠ ਕਰਨ ਤੇ ਔਰ ਨਾਲ ਨਾਲ ਪੂਜਾ ਹੁੰਦੀ ਹੈ ਸ਼ਸਤਰਾਂ ਦੀ, ਨਾਲ ਗੁਰਬਾਣੀ ਦਾ ਜਾਪ ਹੁੰਦਾ ਹੈ। ਕਰੈ ਉਸਤਤੀ ਜੈ ਜੋਤ ਬਿਦਤ ਜਗ ਔਰ ਜਿਹੜੀ ਜੋਤ ਹੈ ਅਕਾਲ ਪੁਰਖ ਪਰਮੇਸ਼ਰ ਦੀ, ਉਹ ਜੋ ਸਾਰੇ ਜਗਤ ਵਿੱਚ ਵਿਦਤ ਹੈ, ਪ੍ਰਗਟ ਹੈ, ਉਸੇ ਦੀ ਪੂਜਾ ਹੁੰਦੀ ਹੈ। ਨਾਮ ਅਧਿਕ ਸਿਮਰੰਤੇ ਉਹਦੇ ਅਨੇਕਾਂ ਨਾਮ, ਜ਼ਾਹਰ ਨਾਮ, ਇਹ ਨਾਮ ਜਿਹੜੇ ਸ਼ਸਤਰਾਂ ਦੇ ਵਰਣਨ ਹੋ ਰਹੇ ਨੇ ਅਕਾਲ ਪੁਰਖ ਦੇ ਨਾਮ ਨੇ। ਅਕਾਲ ਪੁਰਖ ਦੇ ਨਾਮ ਸ਼ਸਤਰਾਂ ਦੇ ਵਿੱਚ ਜਿਹੜੀ ਉਹ ਸ਼ਕਤੀ, ਕਿਉਂਕਿ ਸ਼ਸਤਰ ਸ਼ਕਤੀ ਨੇ ਅਕਾਲ ਪੁਰਖ ਦੀ। ਖੰਡਾ ਪ੍ਰਿਥਮੈ ਸਾਜਕ ਹੈ, ਇਹ ਪੰਕਤੀ ਦੀ ਸਮਝ ਆਉਣੀ ਚਾਹੀਦੀ ਹੈ। ਕੋ ਪਰਮੇਸ਼ਰ ਨੇ ਪਹਿਲਾਂ ਆਪਣੀ ਸ਼ਕਤੀ ਪੈਦਾ ਕੀਤੀ, ਸ਼ਕਤੀ ਤੇ ਸ਼ਿਵ ਤੋਂ ਮੇਲ ਤੋਂ ਸੰਸਾਰ ਦੀ ਉਤਪਤੀ ਹੋਈ ਹੈ। ਤੋ ਰੱਬ ਦੀ ਸ਼ਕਤੀ ਰੱਬ ਤੋਂ ਵੱਖਰੀ ਨਹੀਂ ਹੈ, ਉਸੇ ਦਾ ਸਰੂਪ ਹੈ। ਜਿਹੜੇ ਗੁਣ ਰੱਬ ਦੇ ਨੇ ਉਹੀ ਗੁਣ ਉਹਦੀ ਸ਼ਕਤੀ ਦੇ ਹਨ। ਤੋ ਇਸ ਪ੍ਰਕਾਰ ਨਾਲ ਸ਼ਸਤਰਾਂ ਦੇ ਜਿਹੜੇ ਬੇਅੰਤ ਨਾਮ ਨੇ ਉਹਨਾਂ ਦੀ ਪੂਜਾ ਵਜੋਂ ਉਚਾਰਨ ਹੋ ਰਹੇ ਨੇ। ਸੁਣੋ ਭਾਈ, ਕੈਸੇ ਸੁੰਦਰ ਨਾਮ ਨੇ ਜਿਹੜੇ ਮਹਾਰਾਜ ਜੀ ਨੇ ਸ਼ਸਤਰ ਨਾਮ ਮਾਲਾ ਵਿੱਚ ਵੀ ਵਰਤੇ ਨੇ, ਚੰਡੀ ਚਰਿੱਤਰ ਵਿੱਚ ਵੀ ਵਰਤੇ ਹਨ। ਸੁਣੋ, ਅਨੰਗ ਸ਼ੇਖਰ ਛੰਦ, ਬੜਾ ਸੁੰਦਰ ਛੰਦ ਹੈ ਅਨੰਗ ਸ਼ੇਖਰ ਛੰਦ। ਸੋਹਣੇ ਛੰਦ ਦੇ ਵਿੱਚ ਰਚਨਾ ਕਰਦੇ ਹਨ। ਨਮੋ ਅਨੰਤ ਕਾਰਣੀ ਪ੍ਰਪੋਖਣੀ ਸੰਘਾਰਣੀ। ਨਮਸਕਾਰ ਹੈ ਜੋ ਅਨੰਤ ਹੈ, ਅਨੰਤ ਜੀਵਾਂ ਨੂੰ ਕਰਨ ਵਾਲੀ। ਹੁਣ ਜੀਵਾਂ ਨੂੰ ਕਰਨ ਵਾਲੀ ਕੌਣ ਹੈ? ਜੀਵਾਂ ਨੂੰ ਬਣਾਉਣ ਵਾਲੀ ਕੌਣ ਹੈ? ਪਰਮਾਤਮਾ ਦੀ ਸ਼ਕਤੀ। ਜਦੋਂ ਪਰਮੇਸ਼ਰ ਨੇ ਕਿਹਾ ਏਕਮੇਵਾਏ ਪ੍ਰਜਾਇਤੀ ਬਹੁ ਸ਼ਿਆਮਾ, ਤੇ ਉਹਦੀ ਸ਼ਕਤੀ ਪੈਦਾ ਹੋਈ। ਉਹਦੀ ਸ਼ਕਤੀ ਤੋਂ ਅੱਗੇ ਸੰਸਾਰ ਉਤਪੰਨ ਹੋਇਆ, ਸ੍ਰਿਸ਼ਟੀ ਦੀ ਰਚਨਾ ਹੋਈ। ਜਦੋਂ ਅਕਾਲ ਪੁਰਖ ਨੇ, ਵਾਹਿਗੁਰੂ ਨੇ ਆਪਣੇ ਤੋਂ ਸ਼ਕਤੀ ਪੈਦਾ ਕੀਤੀ, ਉਹ ਸ਼ਕਤੀ ਉਸੇ ਦੀ ਹੈ, ਉਸ ਤੋਂ ਵੱਖਰੀ ਨਹੀਂ ਹੈ। ਪਰ ਪਰਮੇਸ਼ਰ ਨੂੰ ਜਦੋਂ ਪਿਤਾ ਰੂਪ 'ਚ ਆਰਾਧਣਾ, ਉਦੋਂ ਪਿਤਾ ਰੂਪ 'ਚ, ਜਦੋਂ ਉਹਨੂੰ ਮਾਤਾ ਰੂਪ 'ਚ ਆਰਾਧਣਾ, ਤੇ ਫਿਰ ਉਹਨੇ ਬਦਲ ਨਹੀਂ ਜਾਣਾ। ਸ਼ਬਦ ਜਿਹੜੇ ਨੇ ਭਾਵੇਂ ਇਸਤਰੀ ਲਿੰਗ ਵਰਤੇ ਜਾਂਦੇ ਨੇ, ਪਰ ਹੋਣਗੇ ਉਹ ਪਰਮੇਸ਼ਰ ਦੇ ਸੰਬੋਧਨ ਵਿੱਚ ਹੀ, ਅਕਾਲ ਪੁਰਖ ਦੀ ਉਪਮਾ ਵਿੱਚ ਹੀ। ਮਹਾਰਾਜ ਜੀ ਦੇ ਹੁਣ ਸ਼ਸਤਰਾਂ ਦੇ ਸਾਨਮੁਖ ਖਲੋਤੇ ਨੇ। ਸ਼ਸਤਰਾਂ ਵਿੱਚ ਪ੍ਰਮਾਤਮਾ ਦੀ ਸ਼ਕਤੀ ਦਿਸ ਰਹੀ ਹੈ। ਜਿੰਨੇ ਵੀ ਉਹ ਸ਼ਸਤਰ ਸੁਭਾਏਮਾਨ ਨੇ ਤਖਤ ਦੇ ਉੱਤੇ, ਉਹਨਾਂ ਸ਼ਸਤਰਾਂ ਦੇ ਵਿੱਚ ਨਿਰੰਕਾਰ ਦੀ ਸ਼ਕਤੀ ਹੈ, ਅਕਾਲ ਪੁਰਖ ਦੀ ਸ਼ਕਤੀ ਹੈ। ਔਰ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਮਹਾਰਾਜ ਜੀ ਨੇ ਕਿਹਾ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ। ਭਗਉਤੀ ਨਾਮ ਉਹ ਅਕਾਲ ਪੁਰਖ ਦੀ ਉਹ ਸ਼ਕਤੀ ਹੈ ਜੋ ਭਗਉਤੀ ਦੇ ਰੂਪ ਵਿੱਚ, ਸ਼ਸਤਰ ਦੇ ਰੂਪ ਦੇ ਵਿੱਚ ਖਾਲਸੇ ਵਿੱਚ ਬਿਰਾਜਮਾਨ ਹੈ। ਔਰ ਭਗਉਤੀ ਦੇ ਹੋਰ ਬੇਅੰਤ ਅਰਥ ਕੀਤੇ ਜਾਂਦੇ ਹਨ, ਪਰ ਮੁੱਖ ਅਰਥ ਦੇ ਵਿੱਚ ਭਗਉਤੀ ਅਕਾਲ ਪੁਰਖ ਦੀ ਸ਼ਕਤੀ ਹੈ, ਜੋ ਸ਼ਸਤਰ ਰੂਪ ਦੇ ਵਿੱਚ, ਤਲਵਾਰ ਦੇ ਰੂਪ ਦੇ ਵਿੱਚ, ਸਿੰਘ ਦੇ ਗਾਤਰੇ 'ਚ ਵੀ ਸੁਭਾਏਮਾਨ ਹੈ। ਔਰ ਇਹੀ ਸ਼ਕਤੀ ਸ੍ਰਿਸ਼ਟੀ ਦੀ ਰਚਨਾ ਵੀ ਕਰਦੀ ਹੈ। ਤਦੇ ਮਹਾਰਾਜ ਜੀ ਸਭ ਤੋਂ ਪਹਿਲਾਂ ਉਸ ਨੂੰ ਸਿਮਰਦੇ ਨੇ। ਪ੍ਰਥਮ ਭਗਉਤੀ ਸਿਮਰਕ ਹੈ, ਸ਼ਕਤੀ ਨੂੰ ਵੀ ਸਿਮਰਦੇ ਆ। ਉਹਦੀ ਉਪਮਾ ਹੋ ਰਹੀ ਹੈ। ਅਕਾਲ ਪੁਰਖ ਨੂੰ ਮਾਤਾ ਰੂਪ ਦੇ ਵਿੱਚ ਚਿੰਤਨ ਕਰਕੇ ਵੀ ਆਰਾਧਨਾ। ਸ਼ਸਤਰਾਂ ਵਿੱਚ ਜੋ ਸ਼ਕਤੀ ਰੂਪ ਪ੍ਰਮਾਤਮਾ ਦਾ ਪ੍ਰਤਿਭਾਸ਼ ਨਜ਼ਰ ਆ ਰਿਹਾ ਹੈ, ਉਸ ਦੀ ਉਪਮਾ ਵਰਣਨ ਹੋ ਰਹੀ ਹੈ। ਨਮੋ ਅਨੰਤ ਕਾਰਣੀ, ਨਮਸਕਾਰ ਹੈ ਇਹ ਸ਼ਕਤੀ। ਸ਼ਸਤਰਾਂ ਨੂੰ ਵੇਖ ਕੇ ਕਹਿੰਦੇ, ਐ ਅਕਾਲ ਪੁਰਖ ਦੀ ਜ਼ਾਹਰ ਸ਼ਕਤੀ ਸ਼ਸਤਰ, ਤੂੰ ਅਨੰਤ ਜੀਵਾਂ ਨੂੰ ਪੈਦਾ ਕਰਨ ਵਾਲੀ ਹੈ। ਤੂੰ ਅਨੰਤ ਜੀਵਾਂ ਨੂੰ ਪੈਦਾ ਕਰਨ ਵਾਲੀਆਂ। ਪਰਪੋਖਣੀ ਸੰਘਾਰਣੀ, ਪਰਪੋਖਣੀ ਦਾ ਮਤਲਬ ਤੂੰ ਪਾਲਣ ਵਾਲੀ ਹੈ ਸਾਰੇ ਸੰਸਾਰ ਨੂੰ, ਤੇ ਤੂੰ ਪਾਲਦੀ ਵੀ ਹੈ ਤੇ ਤੂੰ ਨਾਸ਼ ਵੀ ਕਰਦੀ ਹੈ। ਨਾਸ਼, ਪਰਪੋਖਣੀ, ਸੰਘਾਰਣੀ। ਸੰਘਾਰਣੀ ਦਾ ਮਤਲਬ ਹੁੰਦਾ ਨਾਸ਼ ਕਰਨ ਵਾਲੀ। ਤੂੰ ਪੈਦਾ ਕਰਨ ਵਾਲੀ ਵੀ ਹੈ ਜਗਤ ਨੂੰ, ਅਨੰਤ ਜੀਵਾਂ ਨੂੰ, ਪਾਲਦੀ ਵੀ ਹੈ। ਤੇ ਪੈਦਾ ਕਰਨਾ, ਪਾਲਣਾ ਤੇ ਸੰਘਾਰਨਾ, ਇਹ ਕਿਹਦੀ ਸ਼ਕਤੀ ਹੈ? ਇਹ ਅਕਾਲ ਪੁਰਖ ਦੀ ਸ਼ਕਤੀ ਹੈ। ਅਕਾਲ ਪੁਰਖ ਦੀ ਸ਼ਕਤੀ ਜਿਹੜੀ ਆ ਉਹ ਪੈਦਾ ਵੀ ਕਰਦੀ ਹੈ, ਪਾਲਦੀ ਵੀ ਹੈ, ਸੰਘਾਰਦੀ ਵੀ ਹੈ। ਇੱਕ ਓੰਕਾਰ ਜਦੋਂ ਕਿਹਾ ਜਾਂਦਾ ਤੇ ਉਹਦਾ ਅਰਥ ਇਹ ਵੀ ਹੈ ਉਤਪੰਨ ਕਰਨ ਵਾਲਾ, ਪਾਲਣ ਕਰਨ ਵਾਲਾ ਤੇ ਸੰਘਾਰਨ ਵਾਲਾ।
ਇਸ ਕਰਕੇ ਸ਼ਸਤਰਾਂ ਵਿੱਚ ਉਸੇ ਪ੍ਰਤੀਬਿੰਬ ਨੂੰ ਵੇਖ ਰਹੇ ਨੇ, ਉਸੇ ਅਕਾਲ ਪੁਰਖ ਦਾ ਸਵਰੂਪ ਵੇਖ ਰਹੇ ਨੇ ਸ਼ਸਤਰਾਂ 'ਚ, ਔਰ ਕਹਿ ਰਹੇ ਨੇ ਤੂੰ ਅਨੰਤ ਜੀਵਾਂ ਦਾ ਕਾਰਨ ਹੈ, ਤੂੰ ਪਰਪੋਖਣੀ ਪਾਲਣ ਵਾਲੀ ਹੈ ਸਗਤ ਜੀਵਾਂ ਨੂੰ, ਸੰਘਾਰਣੀ ਸਭ ਦਾ ਨਾਸ਼ ਕਰਨ ਵਾਲੀ ਹੈ। ਪਵਾ ਵਿਸਾਲ ਤਾਰਣੀ ਭਯੰਹਰੀ ਅਖੰਡ ਕਾ। ਪਵਾ ਵਿਸਾਲ, ਬੜਾ ਵਿਸ਼ਾਲ ਰੂਪ ਹੈ ਤੇਰਾ, ਸਾਰੇ ਭੈ ਨੂੰ ਨਾਸ਼ ਕਰਨ ਵਾਲੀ ਹੈ, ਖੰਡਣ ਵਾਲੀ ਹੈ। ਭਯੰਹਰੀ, ਭੈ ਨੂੰ ਖੰਡਣ ਵਾਲੀ ਹੈ। ਅਖੰਡ ਕਾ, ਤੈਨੂੰ ਤੋੜਿਆ ਭੰਨਿਆ ਨਹੀਂ ਜਾ ਸਕਦਾ, ਤੇਰਾ ਵਿਭਾਜਨ ਨਹੀਂ ਕੀਤਾ ਜਾ ਸਕਦਾ। ਆਮ ਕਰਕੇ ਭਾਰਤੀ ਸੰਸਕ੍ਰਿਤੀ ਵਿੱਚ ਸ਼ਕਤੀਆਂ ਨੂੰ ਵਿਭਾਜਨ ਕੀਤਾ ਗਿਆ। ਵਿਭਾਜਨ ਕਰਕੇ ਜੀ ਇਹ ਅਮਕੀ ਸ਼ਕਤੀ ਹੈ, ਫਲਾਣੀ ਸ਼ਕਤੀ ਹੈ, ਉਹ ਕਈ ਪ੍ਰਕਾਰ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹਦਾ ਵਿਭਾਜਨ ਕੀਤਾ ਜਾਂਦਾ ਹੈ। ਕਲਗੀਧਰ ਜਿਸ ਸ਼ਕਤੀ ਨੂੰ ਮੰਨਦੇ ਨੇ ਉਹ ਸ਼ਕਤੀ ਅਖੰਡ ਹੈ, ਉਹਨੂੰ ਵਿਭਾਜਨ ਨਹੀਂ ਕੀਤਾ ਜਾ ਸਕਦਾ, ਉਹਨੂੰ ਵੰਡਿਆ ਨਹੀਂ ਜਾ ਸਕਦਾ, ਉਹ ਸ਼ਸਤਰਾਂ ਦੇ ਰੂਪ ਵਿੱਚ ਵੀ ਸੁਭਾਏਮਾਨ ਹੈ। ਸਬੁੱਧ ਜੁੱਧ ਕ੍ਰੋਧਤਾ ਬਿਰੁੱਧ ਬਦ ਉਦਤਾ। ਸਬੁੱਧ ਸ੍ਰੇਸ਼ਟ ਬੁੱਧੀ ਨੂੰ ਪੈਦਾ ਕਰਨ ਵਾਲੀ ਵੀ ਹੈ ਉਹ ਪਰਮੇਸ਼ਰ ਦੀ ਸ਼ਕਤੀ। ਜੁੱਧ ਕ੍ਰੋਧਤਾ, ਯੁੱਧ ਕਰਨ ਦੇ ਵਿੱਚ ਇਹੀ ਸ਼ਸਤਰ ਵੀਰ ਅਸੀਂ ਧਾਰਨ ਰੂਪ ਕਰਕੇ ਵੈਰੀਆਂ ਦਾ ਵਿਰੋਧ ਪ੍ਰਗਟ ਕਰਦੇ ਹਨ। ਅਰੁੱਧ ਰਿੱਧ ਸਿੱਧਤਾ ਪ੍ਰਬੁੱਧ ਸ਼ੁੱਧ ਮੰਡਕਾ। ਯੁੱਧ ਵਿੱਚ ਵੈਰੀਆਂ ਨੂੰ ਨਾਸ਼ ਕਰਨ ਨੂੰ ਉਹਦੇ ਰਹਿਣ ਵਾਲੀ ਹੈ। ਫਿਰ ਰਿੱਧੀਆਂ ਸਿੱਧੀਆਂ ਦੀ ਦਾਤੀ ਵੀ ਹੈ, ਇਹ ਰਿੱਧੀਆਂ ਸਿੱਧੀਆਂ ਦੀ ਵੀ ਦਾਤੀ ਹੈ। ਪ੍ਰਬੁੱਧ ਸ਼ੁੱਧ ਮੰਡਕਾ, ਜੋ ਪ੍ਰਬੁੱਧ ਹੈ, ਸ਼ੁੱਧ ਸਵਰੂਪ ਹੈ। ਮੈਂ ਐਸੇ ਸ਼ਸਤਰਾਂ ਨੂੰ, ਜੋ ਅਕਾਲ ਪੁਰਖ ਦੀ ਸ਼ਕਤੀ ਹੈ, ਐਸੇ ਸ਼ਸਤਰਾਂ ਨੂੰ ਮੰਡਕਾ ਨਮਸਕਾਰ ਕਰਦਾ, ਇਹਨਾਂ ਦਾ ਮੰਡਨ ਕਰਦਾ ਹਾਂ, ਪੂਜਾ ਕਰਦਾ ਹਾਂ। ਸਜੋਰ ਕੋਰ ਲੋਚਨਾ ਜਪੰਤ ਸੋਚ ਮੋਚਨਾ। ਔਰ ਬੜੇ ਸਜੋਰ, ਹੁਣ ਸ਼ਸਤਰਾਂ ਦੇ ਵਿੱਚ ਕਹਿੰਦੇ ਵਿਕਰਾਲ ਰੂਪ ਵੀ ਹੈ। ਸਜੋਰ ਜੋਰ ਲੋਚਨਾ, ਅੱਖਾਂ ਦੇ ਵਿੱਚ ਬੀਰਸ ਹੈ। ਜਦੋਂ ਜੰਗ ਦੇ ਮੈਦਾਨ 'ਚ ਤਲਵਾਰ ਫੜੀ ਹੋਵੇ ਹੱਥ ਵਿੱਚ, ਤੇ ਉਸ ਤਲਵਾਰ ਦੇ ਵਿੱਚੋਂ ਕਹਿੰਦੇ ਭਿਆਨਕ ਅੱਖਾਂ ਨਜ਼ਰ ਆਉਂਦੀਆਂ ਨੇ ਦੁਸ਼ਮਣ ਨੂੰ। ਵਿਕਰਾਲ ਰੂਪ ਵਿੱਚ ਇਹ ਸ਼ਸਤਰ ਨਜ਼ਰ ਆਉਂਦੇ ਹਨ। ਹਾਂਜੀ, ਜਪੰਤ ਸੋਚ ਮੋਚਨਾ। ਪਰਮੇਸ਼ਰ ਦੀ ਇਸ ਸ਼ਕਤੀ ਨੂੰ ਜਪੀਏ ਤੇ ਸੋਚਾਂ ਦਾ ਨਾਸ਼ ਹੁੰਦਾ, ਚਿੰਤਾਵਾਂ ਦਾ ਨਾਸ਼ ਹੁੰਦਾ ਹੈ। ਸੁਚੇਤ ਚਿੱਤ ਰੋਚਨਾ ਰਿਪੂਨ ਕੋ ਕਮੰਡ ਕਾ। ਔਰ ਸੁਚੇਤ ਕਰਕੇ ਇਹਦੇ ਨਾਲ ਰੁਚੀ ਪੈਦਾ ਕਰਨੀ ਚਾਹੀਦੀ ਹੈ। ਰਿਪੂਆਂ ਦਾ, ਦੁਸ਼ਮਣਾਂ ਦਾ ਇਹ ਆਦਿ ਸ਼ਕਤੀ ਭਗਉਤੀ ਤਲਵਾਰ ਨਾਸ਼ ਕਰਨੇ ਵਾਲੀ ਹੈ, ਉਹਨਾਂ ਦੇ ਕਮੰਡ ਦਾ ਨਾਸ਼ ਕਰਨ ਵਾਲੀ ਹੈ। ਨਿਸੁੰਭ ਸੁੰਭ ਖੰਡ ਕਾ ਅਸੁਰ ਦਲ ਦੰਡ ਕਾ। ਇਸੇ ਸ਼ਕਤੀ ਨੇ, ਅਕਾਲ ਪੁਰਖ ਦੀ ਨੇ, ਸਾਰੇ ਦੈਂਤਾਂ ਦਾ, ਨਿਸੁੰਭ ਸੁੰਭ ਵਰਗਿਆਂ ਦਾ ਨਾਸ਼ ਕੀਤਾ ਹੈ। ਅਸੁਰ ਦਲਾਂ ਦਾ ਦੰਡ ਦਿੱਤਾ ਹੈ ਉਹਨਾਂ ਨੂੰ। ਬਿਹੰਡ ਚੰਡ ਮੁੰਡ ਕਾ ਪ੍ਰਚੰਡ ਤੁੰਡ ਚੰਡਿਕਾ। ਇਹ ਚੰਡੀ ਚਰਿੱਤਰ ਵਿੱਚ ਨਾਮ ਵਰਣਨ ਹਨ ਅਕਾਲ ਪੁਰਖ ਦੀ ਸ਼ਕਤੀ ਦੇ। ਕਹਿੰਦੇ ਵੱਡਾ ਸਵਰੂਪ ਹੈ, ਐਸੇ ਸਵਰੂਪ ਨੂੰ, ਚੰਡੀ ਦੇ ਸਵਰੂਪ ਨੂੰ, ਭਗਉਤੀ ਦੇ ਸਵਰੂਪ ਨੂੰ ਨਮਸਕਾਰ ਹੈ, ਜਿਸ ਦਾ ਮੁਖ ਬੜਾ ਪ੍ਰਚੰਡ, ਤੁੰਡ ਕਹਿੰਦੇ ਨੇ ਮੂੰਹ ਨੂੰ, ਜਿਸ ਦਾ ਮੂੰਹ ਇੰਨਾ ਵਿਕਰਾਲ ਹੈ ਕਿ ਵੱਡਿਆਂ ਵੱਡਿਆਂ ਨੂੰ ਭਖ ਜਾਂਦੀ ਹੈ ਇਹ ਤਲਵਾਰ। ਵੱਡਿਆਂ ਵੱਡਿਆਂ ਬਲੀਆਂ ਨੂੰ, ਯੋਧਿਆਂ ਨੂੰ ਖਾ ਜਾਂਦੀ ਹੈ ਇਹ ਤਲਵਾਰ। ਹਾਂਜੀ, ਦ੍ਰਿੜੰਤ ਦੀਹੀ ਦਾੜ ਕਾ ਬਿਲੰਦ ਦੈਤ ਦਹਾ ਕਾ। ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਇਹ ਕਾਲ ਦੀਆਂ ਦਾੜਾਂ ਹਨ, ਬੜੀਆਂ ਭਿਆਨਕ, ਜਿਹਦੇ ਨਾਲ ਸਾਰੇ ਜਗਤ ਨੂੰ ਦਰੜਿਆ ਜਾਂਦਾ ਹੈ, ਮਲ ਲਿਆ ਜਾਂਦਾ ਹੈ। ਨਿਕੰਦ ਕੈਟ ਬਾਨ ਕੀ ਅਮੰਦ ਤੇਜ ਜਵਾਲ ਕਾ। ਮਦ ਕੈਟਵਾਦਕ ਦੈਂਤਾਂ ਦਾ ਨਾਸ਼ ਕਰਨੇ ਵਾਲੀ ਹੈ, ਜਿਸ ਦਾ ਤੇਜ ਕਦੇ ਮੰਦ ਨਹੀਂ ਹੁੰਦਾ, ਸदैव ਹੀ ਪ੍ਰਚੰਡ ਰਹਿੰਦਾ ਹੈ। ਪ੍ਰਪਾਣ ਸ਼੍ਰੋਣ ਬੀਰ ਜਾ ਵਿਸਾਲ ਬਾਹੂ ਬੀਰ ਜਾ। ਔਰ ਜੋ ਸਰਣਵਤ ਬੀਜ ਆਦਿਕ ਦੈਂਤਾਂ ਦਾ ਨਾਸ਼ ਕਰਨ ਵਾਲੀ ਹੈ, ਉਹ ਸ਼ਕਤੀ ਵੀ ਅਕਾਲ ਪੁਰਖ ਦੀ ਵਿਆਪਕ ਹੈ ਸਾਰਿਆਂ ਵਿੱਚ। ਤੋ ਇਸ ਪ੍ਰਕਾਰ ਨਾਲ ਵਿਸ਼ਾਲ ਬਾਹੋ ਵੀਰ ਜਾ, ਵਿਸ਼ਾਲ ਬਾਹਾਂ ਨੂੰ, ਬਲ ਨੂੰ ਧਾਰਨ ਕਰਨ ਵਾਲੀ ਹੈ। ਮਝਾਰ ਜੰਗ ਤੀਰ ਜਾ ਬਿਸ਼ੰਬਰੀ ਕਪਾਲ ਕਾ। ਜੰਗ ਦੇ ਮੈਦਾਨ ਦੇ ਵਿੱਚ ਜਿਸ ਦਾ ਵਿਸ਼ਾਲ ਸਵਰੂਪ ਹੈ, ਜੋਰ ਮਹਾਨ ਧੀਰਜ, ਜਿਸ ਦੇ ਹੱਥ ਵਿੱਚ ਸ਼ਸਤਰ ਹੋਵੇ ਜੰਗ ਦੇ ਮੈਦਾਨ ਵਿੱਚ, ਉਸ ਸ਼ਸਤਰ ਦੀ ਸ਼ਕਤੀ ਨਾਲ ਉਹਦੇ ਅੰਦਰ ਧੀਰਜ ਆਉਂਦਾ ਹੈ। ਹੱਥ ਵਿੱਚ ਸ਼ਸਤਰ ਹੋਵੇ ਤੇ ਰਣ ਭੂਮੀ 'ਚ ਹੋਵੇ, ਤੇ ਉਸ ਸ਼ਸਤਰ ਦੇ ਪ੍ਰਤਾਪ ਨਾਲ ਹਿਰਦੇ 'ਚ ਧੀਰਜ ਹੁੰਦਾ। ਕਿਸੇ ਕੋਲ ਸ਼ਸਤਰ ਹੋਵੇ ਨਾ, ਉਹ ਕਿਤੇ ਇਹੋ ਜਿਹੀ ਥਾਂ ਤੇ ਘਿਰ ਜਾਵੇ, ਉਹਨੂੰ ਹੌਸਲਾ ਹੁੰਦਾ ਵੀ ਮੇਰੇ ਕੋਲ ਸ਼ਸਤਰ ਹੈ। ਸ਼ਸਤਰ ਨਾ ਹੋਵੇ ਤੇ ਫਿਰ ਹੌਸਲਾ ਨਹੀਂ ਰਹਿੰਦਾ।
ਇਸ ਕਰਕੇ ਇਹ ਸ਼ਕਤੀ ਇਹੋ ਜੀ ਆ ਸ਼ਸਤਰ ਦੀ ਕਿ ਰਣ ਭੂਮੀ 'ਚ ਖਲੋਤਿਆਂ ਨੂੰ ਹਿਰਦੇ 'ਚ ਧੀਰਜ ਪੈਦਾ ਕਰ ਦਿੰਦੀ ਹੈ। ਇਹ ਸ਼ਸਤਰ ਇਹ ਅਕਾਲ ਪੁਰਖ ਦੀ ਕਿੱਡੀ ਵੱਡੀ ਸ਼ਕਤੀ ਹੈ ਜੋ ਧੀਰਜ ਦੇ ਦਿੰਦੀ ਹੈ। ਨਹੀਂ ਤਾਂ ਧੀਰਜ ਕਿੱਥੇ ਮਿਲਦਾ? ਕਿਸੇ ਦੁਕਾਨ ਤੋਂ ਮੁੱਲ ਨਹੀਂ ਮਿਲਦਾ, ਪੈਸੇ ਦਿਆਂ ਨਹੀਂ ਮਿਲਦਾ। ਸ਼ਸਤਰ ਦੀ ਕਿਰਪਾ ਦੇ ਨਾਲ, ਇਸ ਸ਼ਕਤੀ ਦੀ ਕਿਰਪਾ ਦੇ ਨਾਲ ਰਣ ਭੂਮੀ ਵਿੱਚ ਸੂਰਮਿਆਂ ਨੂੰ ਇਸੇ ਸ਼ਸਤਰ ਨਾਲ ਧੀਰਜ ਪ੍ਰਾਪਤ ਹੁੰਦਾ ਹੈ। ਇਸ ਕਰਕੇ ਧੀਰਜ ਦੀ ਦਾਤੀ ਹੈ ਸ਼ਕਤੀ। ਵਿਸੰਬਰੀ ਕਪਾਲਕਾ, ਇਹ ਵਿਸਵੰਬਰ ਸਰੂਪ ਹੋ ਕੇ ਵੀ ਵਿਆਪਕ ਹੈ। ਨਖਾਨ ਪੁੰਜ ਤੀਖਨਾ, ਕਹਿ ਲੋ ਵੀ ਇਹ ਜਿਹੜੇ ਸ਼ਸਤਰ ਨੇ ਇਹ ਤਿੱਖੇ ਨੂੰਹ ਨੇ ਅਕਾਲ ਪੁਰਖ ਦੇ, ਕਾਲ ਪੁਰਖ ਦੇ, ਜਿਹੜੇ ਨੂੰਹਾਂ ਨਾਲ ਉਹਨੇ ਸਾਰੇ ਜਗਤ ਨੂੰ ਚੀਰ ਦੇਣਾ, ਭਾਵ ਨਾਸ਼ ਕਰ ਦੇਣਾ ਹੈ। ਸੋ ਕ੍ਰੋਧ ਲਾਲ ਈਛਨਾ, ਔਰ ਕ੍ਰੋਧ ਸਹਿਤ ਲਾਲ ਹੁੰਦੇ ਨੇ ਜਦੋਂ ਤਲਵਾਰਾਂ, ਜਦੋਂ ਖੂਨ ਦੇ ਨਾਲ ਪਰੋਈਆਂ ਜਾਂਦੀਆਂ ਨੇ ਨਾ, ਤਾਂ ਇਸ ਤਰ੍ਹਾਂ ਕਹਿ ਲੋ ਵੀ ਉਸ ਆਦ ਸ਼ਕਤੀ ਅਕਾਲ ਪੁਰਖ ਦੀ ਸ਼ਕਤੀ ਦੇ ਨੇਤਰ ਲਾਲ ਹੋ ਕੇ ਤਲਵਾਰ ਤੇ ਲੱਗੇ ਖੂਨ ਦੇ ਵਿੱਚ ਜਿਹੜਾ ਲਾਲੀ ਹੈ ਨਾ, ਉਹਦੀ ਲਾਲੀ ਹੈ, ਉਹਦੀ ਨੇਤਰਾਂ ਦੀ ਲਾਲੀ ਹੈ। ਦਿਖਾਏ ਰੂਪ ਪੀਛਨਾ, ਸੋ ਪਛ ਸ਼ਤਰੂ ਬਾਲਕਾ, ਭਿਆਨਕ ਰੂਪ ਵਿਖਾ ਕੇ ਸ਼ਤਰੂਆਂ ਨੂੰ ਪਛ ਜਾਣ ਵਾਲੀ ਹੈ ਇਹ ਸ਼ਕਤੀ, ਦੁਸ਼ਮਣਾਂ ਦਾ ਨਾਸ਼ ਕਰ ਦੇਣ ਵਾਲੀ ਹੈ ਇਹ ਸ਼ਕਤੀ। ਸੋ ਦਾਸ ਪ੍ਰੀਤ ਪਾਲਕਾ, ਸਬੇਗ ਦੈਤ ਕਾਲਕਾ। ਔਰ ਫਿਰ ਜਿਹੜੇ ਇਹਦੇ ਦਾਸ ਨੇ ਸ਼ਸਤਰਾਂ ਦੀ ਸ਼ਕਤੀ ਦੇ, ਕਹਿੰਦੇ ਉਹਨਾਂ ਨੂੰ ਇਹ ਪਾਲਣ ਵਾਲੀ ਵੀ ਹੈ। ਜਿਹੜੇ ਇਹਦੇ ਦਾਸ ਨੇ ਉਹਨਾਂ ਨੂੰ ਇਹ ਪਾਲਦੀ ਵੀ ਹੈ, ਪਾਲਣ ਵਾਲੀ ਵੀ। ਸਬੇਗ ਦੈਤ ਖਾਲਕਾ, ਵੱਡਿਆਂ ਵੱਡਿਆਂ ਦੈਂਤਾਂ ਦਾ ਨਾਸ਼ ਕਰਨੇ ਵਾਲੀ ਹੈ। ਗਰੇ ਮੈਂ ਮੁੰਡ ਮਾਲਕਾ, ਪ੍ਰਮਾਣ ਪਾਦ ਕਾਲਕਾ। ਵਾਹਿਗੁਰੂ ਪਰਮੇਸ਼ਰ ਦੀ ਇਹੋ ਜੀ ਪ੍ਰਚੰਡ ਸ਼ਕਤੀ ਜੋ ਸ਼ਸਤਰਾਂ ਦੇ ਰੂਪ ਦੇ ਵਿੱਚ ਇਸ ਮਾਤ ਲੋਕ ਦੀ ਧਰਤੀ ਤੇ ਸੁਭਾਏਮਾਨ ਹੈ। ਮਹਾਰਾਜ ਜੀ ਕਹਿੰਦੇ ਮੇਰੇ ਇਹਨਾਂ ਸ਼ਸਤਰਾਂ ਨੂੰ, ਅਕਾਲ ਪੁਰਖ ਦੀ ਇਸ ਜ਼ਾਹਰ ਸ਼ਕਤੀ ਨੂੰ ਪ੍ਰਣਾਮ ਹੈ, ਨਮਸਕਾਰ ਹੈ। ਤਖਤਾਂ ਤੇ ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਮ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਨਾਲ ਉੱਚੇ ਥੜੇ ਤੇ ਪਏ ਮਹਾਰਾਜ ਜੀ ਦੇ ਪਾਵਨ ਸ਼ਸਤਰ ਜੋ ਅਕਾਲ ਪੁਰਖ ਦੀ ਜ਼ਾਹਰ ਸ਼ਕਤੀ ਹੈ, ਉਹਨਾਂ ਨੂੰ ਵੀ ਸੀਸ ਝੁਕਾ ਕੇ ਪ੍ਰਣਾਮ ਕਰਦੇ ਹਾਂ। ਚਾਹੇ ਸ੍ਰੀ ਅਕਾਲ ਤਖਤ ਸਾਹਿਬ ਜਾਈਏ, ਚਾਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਈਏ, ਪਾਲਕੀ ਸ਼ਸਤਰ ਉੱਚੇ ਥੜੇ ਤੇ ਪ੍ਰਕਾਸ਼ ਨੇ। ਤਖਤ ਸ੍ਰੀ ਹਜੂਰ ਸਾਹਿਬ ਜਾਈਏ ਤੇ ਉੱਥੇ ਤਾਂ ਹਜ਼ਾਰਾਂ ਦੀ ਗਿਣਤੀ 'ਚ ਸ਼ਸਤਰ ਨੇ ਅੰਗੀਠੇ ਤੇ ਮਹਾਰਾਜ ਜੀ ਦੇ। ਇਸ ਪ੍ਰਕਾਰ ਨਾਲ ਖਾਲਸਾ ਸ਼ਸਤਰਾਂ ਨੂੰ ਵੀ ਨਮਸਕਾਰਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਵੀ ਨਮਸਕਾਰ ਕਰਦਾ ਹੈ। ਕਿਉਂ? ਕਿਉਂਕਿ ਖੁਦ ਕਲਗੀਧਰ ਨੇ ਆਪ ਸ਼ਸਤਰਾਂ ਦਾ ਸਤਿਕਾਰ ਕੀਤਾ ਹੈ, ਸ਼ਸਤਰਾਂ ਨੂੰ ਨਮਸਕਾਰ ਕਰਕੇ ਪੂਜਿਆ ਹੈ। ਔਰ ਇਹ ਖਾਲਸੇ ਦਾ ਅਨਿਖੜਵਾਂ ਅੰਗ ਬਣਾ ਦਿੱਤੇ ਹਨ ਸ਼ਸਤਰ। ਜੈਸੇ ਸਾਡੇ ਸਰੀਰ ਦੇ ਬਾਕੀ ਅੰਗ ਨੇ ਨਾ, ਇਦਾਂ ਇਹ ਸ਼ਸਤਰ ਵੀ ਸਾਡੇ ਸਰੀਰ ਦਾ ਅਨਿਖੜਵਾਂ ਅੰਗ ਹਨ। ਹਾਂਜੀ। ਦੋਹਰਾ ਇਤਿਆਦਿਕ ਜੇ ਨਾਮ ਐ, ਸਪਤ ਸਹੰਸਰੇ ਲੱਖ। ਇਤਿਆਦਿਕ ਜਿਹੜੇ ਨਾਮ ਨੇ ਸ਼ਸਤਰਾਂ ਦੇ, ਜੋ 1,07,000 ਵਰਣਨ ਕੀਤੇ ਹਨ ਸਾਹਿਬ ਨੇ। ਸਿਮਰਤ ਉਚਰਤ ਖਾਲਸਾ, ਸ਼੍ਰੀ ਸਤਿਗੁਰੂ ਪ੍ਰਤੱਛ। ਚੰਡੀ ਚਰਿੱਤਰ ਵਿੱਚ, ਚੰਡੀ ਦੀ ਵਾਰ ਵਿੱਚ ਮਹਾਰਾਜ ਜੀ ਦਾ ਖਾਲਸਾ ਇਹਨਾਂ ਨਾਵਾਂ ਨੂੰ ਸਿਮਰਦਾ ਹੈ ਔਰ ਪ੍ਰਤੱਛ ਰੂਪ ਕਰਕੇ ਗੁਰੂ ਕਲਗੀਧਰ ਜੀ ਨੂੰ ਹਾਜ਼ਰ ਜਾਣਦਾ ਹੈ। ਅਨੰਗ ਸ਼ੇਖਰ ਛੰਦ, ਇਸੀ ਪ੍ਰਕਾਰ ਨੌਰਾਤੇ ਪ੍ਰਭੂ ਚਿਤੇ ਸੋ ਆਯੁਤਾਨ। ਏਦਾਂ ਨਵਰਾਤਰਿਆਂ ਦੇ ਦਿਨਾਂ 'ਚ ਸ਼ਸਤਰਾਂ ਦੀ ਸੇਵਾ ਤੇ ਪੂਜਾ ਹੋ ਰਹੀ ਹੈ। ਚੰਦਨ ਆਦ ਫੂਲ ਮਾਲ ਧੂਪ ਕੋ ਜਗਾਵਤੇ। ਚੰਦਨ ਦਾ ਚਰਚਣ ਕਰਨਾ, ਧੂਪ ਦਿਖਾਉਣੀ, ਫੁੱਲਾਂ ਦੀਆਂ ਮਲਾਵਾਂ ਅਰਪਣ ਕਰਨੀਆਂ, ਭੇਟ ਕਰਨੀਆਂ। ਉਤੰਗ ਸੰਖ ਪੂਰਤੇ ਸੋ ਮੰਗਲੰਗ ਆਰੰਭਤੇ। ਔਰ ਉੱਚੇ ਸੰਖ ਵਜਾਏ ਜਾਂਦੇ ਹਨ, ਰਣ ਸਿੰਘੇ ਵਜਾਏ ਜਾਂਦੇ ਹਨ, ਨਗਾਰੇ ਵਜਾਏ ਜਾਂਦੇ ਹਨ, ਸੋਹਣੇ ਮੰਗਲ ਗਾਇਨ ਕੀਤੇ ਜਾਂਦੇ ਹਨ ਸ਼ਸਤਰਾਂ ਦੀ ਉਪਮਾ ਵਿੱਚ। ਵਿਸ਼ਾਲ ਸੋਜ ਹੋਮ ਤੇ ਸੋ ਧੂਮ ਕੋ ਉਠਾਵਤੇ। ਔਰ ਪੂਜਾ ਹੁੰਦੀ ਹੈ ਸ਼ਸਤਰਾਂ ਦੀ, ਅਰਚਨਾ ਹੁੰਦੀ ਹੈ। ਇਸ ਪ੍ਰਕਾਰ ਨਾਲ ਖਾਲਸੇ ਵਿੱਚ ਸ਼ਸਤਰਾਂ ਪ੍ਰਤੀ ਮਹਾਰਾਜ ਜੀ ਨੇ ਪ੍ਰੇਮ ਪੈਦਾ ਕੀਤਾ। ਜਿਹੜੀ ਚੀਜ਼ ਨੂੰ ਧਾਰਮਿਕ ਕਰੋ ਰੀਤੀਆਂ ਨਾਲ ਜੋੜ ਦਿੱਤਾ ਜਾਵੇ, ਉਹਦੇ ਪ੍ਰਤੀ ਫਿਰ ਸदैवी ਕਾਲ ਲਈ ਲੋਕ ਜੁੜ ਜਾਇਆ ਕਰਦੇ ਹਨ। ਇਹ ਕਾਰਨ ਸੀ ਸ਼ਸਤਰਾਂ ਦੀ ਪੂਜਾ ਵਿੱਚ ਮਹਾਰਾਜ ਜੀ ਨੇ ਲਾਇਆ ਹੈ।
ਨਮੋ ਨਮੋ ਪਨੰਤ ਐਸੋ ਬ੍ਰਹਮ ਕੋਚ ਪਾਠ ਕੋ। ਬ੍ਰਹਮ ਕਵਚ ਬਾਣੀ ਦਾ ਵੀ ਜਾਪ ਸਿੰਘ ਕਰਦੇ ਹਨ, ਨਮਸਕਾਰ ਕਰਦੇ ਹਨ ਮਹਾਰਾਜ ਜੀ ਦੇ ਸ਼ਸਤਰਾਂ ਨੂੰ। ਕੋ ਪਠੰਤ ਹੈ ਸੁਨੰਤ ਕੋਈ, ਜੈ ਵਿਜੇ ਸੋ ਗਾਵਤੇ। ਜਿਹੜਾ ਪੜ੍ਹਦਾ, ਕਈਆਂ ਨੂੰ ਪੜ੍ਹਨਾ ਆਉਂਦਾ, ਕਈਆਂ ਨੂੰ ਨਹੀਂ ਆਉਂਦਾ। ਕੋਈ ਪੜ੍ਹਦਾ ਹੈ ਤੇ ਕੋਲ ਬਹਿ ਕੇ ਬਹੁਤ ਸਾਰੇ ਸੁਣਦੇ ਵੀ ਹਨ। ਜੈ ਵਿਜੈ ਸੋ ਗਾਵਤੇ, ਜੈ ਵਿਜੈ ਦੇ ਨਾਦ ਗਾਉਂਦੇ ਹਨ, ਸ਼ਸਤਰਾਂ ਦੀ ਜੈ ਜੈਕਾਰ ਕਰਦੇ ਹਨ, ਜੈ ਜੈਕਾਰ ਦਾ ਨਾਦ ਉਚਾਰਨ ਕਰਦੇ ਹਨ। ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ, ਕਰੇ ਕਤੇ ਦੁਐ ਸੁਬਠਾ ਹੱਥ ਸੋਹੀ। ਤੀਰੋ ਤੁਫੰਗੋ ਬੜੋ ਰਾਮ ਜੰਗੋ, ਤਣਕ ਤਾਰਣੀਅਰ ਕਮੰਦ ਕੋਰੜਾ। ਇਸ ਤਰ੍ਹਾਂ ਸ਼ਸਤਰਾਂ ਦੀ ਪੂਜਾ ਕਰਦੇ ਨੇ, ਸ਼ਸਤਰਾਂ ਦੀ ਵਿਜੈ ਜੈ ਕਰਦੇ ਹਨ। ਉਛਾਹ ਮੋਦ ਕੀਨਿਓ, ਪ੍ਰਸਾਦ ਬੰਟ ਦੀਨਿਓ। ਏਦਾਂ ਭਾਰੀ ਉਤਸ਼ਾਹ ਕਰਕੇ ਫਿਰ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਸਮੂਹ ਪਾਨ ਲੀਨਿਓ, ਸੋ ਖਾਏ ਚੀਤ ਭਾਵਤੇ। ਸਾਰਿਆਂ ਨੇ ਖੁੱਲੇ ਗੱਫੇ ਪ੍ਰਸ਼ਾਦ ਦੇ ਸਿੰਘਾਂ ਪ੍ਰਾਪਤ ਕੀਤੇ ਹਨ। ਸਭ ਦੇ ਮਨਾਂ ਨੂੰ ਭਾਉਂਦਾ ਹੈ, ਇਹ ਪ੍ਰਸ਼ਾਦ ਛਕ ਕੇ ਆਨੰਦਿਤ ਹੁੰਦੇ ਹਨ। ਦੁਸਹਿਰੇ ਕੇ ਦਿਓਸ ਮੈਂ ਤਿਹਾਵਲਾ ਵਿਸਾਲ ਕੀਨ। ਦੁਸਹਿਰੇ ਵਾਲੇ ਦਿਨ, ਜਿਸ ਦਿਨ ਖਾਲਸਾ ਦਰਬਾਰ ਲੱਗਣਾ ਹੈ ਸ਼ਸਤਰਾਂ ਦੀ ਪੂਜਾ ਦਾ, ਉਸ ਦਿਨ ਮਹਾਰਾਜ ਜੀ ਦੇ ਸਾਰੇ ਸ਼ਸਤਰ ਉੱਚੇ ਥਾਂ ਤੇ ਰੱਖ ਕੇ ਪੂਜਾ ਕਰਨ ਦੀ ਵਿਧ ਬਣਾਈ ਗਈ। ਬਹੁਤ ਸਾਰੇ ਸ਼ਸਤਰ ਰੱਖੇ ਗਏ, ਨਾਲ ਕੜਾਹ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕੀਤੀਆਂ ਗਈਆਂ। ਨੌਵੇਂ ਪਾਤਸ਼ਾਹ ਕੇ ਸਥਾਨ ਅਗਰ ਜਾਏ ਕੈ। ਦੇਗ ਤਿਆਰ ਕਰਕੇ ਨੌਵੇਂ ਪਾਤਸ਼ਾਹ ਦੇ ਪਾਵਨ ਦਰਬਾਰ ਦੇ ਵਿੱਚ ਭੌਰਾ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਲਿਜਾਈ ਗਈ। ਅਰਦਾਸ ਬੇਨਤੀ ਕੀਤੀ ਗਈ। ਬਿਨੈ ਬਖਾਨ ਹੱਥ ਜੋਰ ਬੰਦਨਾ ਸੁਕੀਨਿਓ। ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਵਿੱਚ। ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਅਰਦਾਸ ਬੇਨਤੀ ਕੀਤੀ ਹੈ। ਪਰ ਦਛਨਾ ਸੋ ਦੀਨ ਪ੍ਰਸਾਦ ਕੋ ਵਰਤਾਏ ਕੈ। ਮਹਾਰਾਜ ਜੀ ਨੇ ਆਪ ਪਰਿਕਰਮਾ ਕੀਤੀ ਹੈ ਮਹਾਰਾਜ ਨੌਵੇਂ ਪਾਤਸ਼ਾਹ ਦੇ ਦਰਬਾਰ ਦੀ। ਉਪਰੰਤ ਅਰਦਾਸ ਬੇਨਤੀ ਕਰਨ ਤੋਂ ਕੜਾਹ ਪ੍ਰਸ਼ਾਦ ਦੀ ਦੇਗ ਸਾਰੇ ਪੰਥ ਵਿੱਚ, ਸੰਗਤ ਵਿੱਚ ਵਰਤਾਈ ਗਈ। ਨਿਕੇਤ ਫੇਰ ਆਏ ਕੇ ਤੁਰੰਗ ਕੋ ਮੰਗਾਏ ਕੈ। ਮਹਾਰਾਜ ਜੀ ਨੌਵੇਂ ਪਾਤਸ਼ਾਹ ਦੇ ਦਰਬਾਰ 'ਚ ਹਾਜ਼ਰੀ ਭਰ ਕੇ ਸ਼ਸਤਰਾਂ ਦੀ ਪੂਜਾ ਕਰਕੇ ਪੰਥ ਵਿੱਚ ਮਰਿਆਦਾ ਪਾ ਕੇ, ਪਿਰਤ ਪਾ ਕੇ, ਖਾਲਸੇ ਮਨ ਵਿੱਚ ਸ਼ਸਤਰਾਂ ਪ੍ਰਤੀ ਪ੍ਰੇਮ ਭਾਵ ਪੈਦਾ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਘੋੜਾ ਮੰਗਾਇਆ, ਸਵਾਰ ਹੋ ਕੇ ਆਪਣੀਆਂ ਮਹਿਲਾਂ ਵਿੱਚ ਆਏ ਹਨ। ਮਤੰਗ ਸੰਗ ਪੂਜ ਪੂਜ ਮੋਦ ਕੋ ਵਧਾਏ ਕੈ। ਫਿਰ ਘੋੜਿਆਂ ਦਾ ਵੀ ਸਤਿਕਾਰ ਹੋਇਆ। ਜਿਹੜੇ ਹਾਥੀ ਸਨ, ਉਹਨਾਂ ਹਾਥੀਆਂ ਦਾ ਵੀ ਅਦਬ ਕੀਤਾ ਗਿਆ। ਰਣ ਭੂਮੀ ਦੇ ਵਿੱਚ ਇਹ ਵੀ ਸੂਰਮੇ ਦੀ ਮਦਦ ਵਿੱਚ ਆਉਂਦੇ ਹਨ, ਹਾਥੀ ਤੇ ਘੋੜੇ, ਉਹਨਾਂ ਦਾ ਵੀ ਅਦਬ ਕੀਤਾ ਗਿਆ। ਆਹਾਰ ਫੇਰ ਖਾਏ ਕੈ, ਆਰਾਮ ਥੋਰ ਪਾਏ ਕੈ। ਦੁਪਹਿਰ ਦਾ ਸਮਾਂ ਸੀ, ਭੋਜਨ ਛਕ ਕੇ, ਲੰਗਰ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਦੁਪਹਿਰ ਸਮੇਂ ਆਰਾਮ ਕਰਿਆ ਕਰਦੇ। ਮਹਾਰਾਜ ਜੀ ਦਾ ਇਦਾਂ ਦਾ ਨੇਮ ਸੀ ਕਲਗੀਧਰ ਸੁਆਮੀ ਦਾ। ਸੁਬਹ ਅੰਮ੍ਰਿਤ ਵੇਲੇ ਸੁਬਹ ਜਲਦੀ ਉੱਠ ਜਾਣਾ, ਫਿਰ ਦੁਪਹਿਰ ਸਮੇਂ ਭੋਜਨ ਛਕ ਕੇ ਕੁਝ ਸਮੇਂ ਲਈ ਮਹਾਰਾਜ ਜੀ ਬਿਰਾਜਦੇ ਹਨ। ਸ਼ਨਾਨ ਕੀਨ ਸੋਚ ਤੇ ਸੁਧਾਰ ਕੇਸ ਪਾਸ ਕੋ। ਉੱਠ ਕੇ ਗੁਰਦੇਵ ਨੇ ਦੁਪਹਿਰਾ ਆਰਾਮ ਕਰਨ ਤੋਂ ਬਾਅਦ ਉੱਠੇ ਨੇ। ਉੱਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ਼ਨਾਨ ਪਾਨ ਕੀਤਾ। ਸੋਚ ਕਿਰਿਆ ਸਰੀਰ ਦੀ ਸੋਧੀ ਹੈ, ਔਰ ਆਪਣੇ ਪਲੰਘੇ ਤੇ ਬੈਠ ਕੇ ਗੁਰਦੇਵ ਆਪਣੇ ਕੇਸਾਂ 'ਚ ਕੰਘਾ ਫੇਰਦੇ ਹਨ। ਬੜੇ ਅਦਬ ਨਾਲ, ਸਤਿਕਾਰ ਨਾਲ ਕੇਸਾਂ 'ਚ ਕੰਘਾ ਫੇਰਦੇ ਨੇ। ਬਕਾਇਦਾ ਗੋਡਿਆਂ ਦੇ ਉੱਤੇ ਕੋਈ ਵਸਤਰ ਵਿਛਾ ਕੇ ਫਿਰ ਕੰਘਾ ਫੇਰਦੇ ਨੇ ਕੇਸਾਂ ਵਿੱਚ, ਤਾਂ ਜੋ ਜਿਹੜੇ ਕੇਸ ਨੇ ਉਹ ਗੋਡਿਆਂ ਦੇ ਉੱਤੇ ਜਿਹੜੇ ਵਸਤਰ, ਜੇ ਕੋਈ ਝੜੇ ਕੇਸ, ਉਹ ਇਦਾਂ ਹੀ ਨਾ ਖਿਲਰ ਜਾਣ ਚਾਰੇ ਪਾਸੇ। ਉਹ ਕੋਈ ਵਸਤਰ ਜਾਂ ਕਈ ਸਿੰਘ ਸਰਾਣਾ ਹੀ ਰੱਖ ਲੈਂਦੇ ਆ ਗੋਡਿਆਂ ਤੇ, ਫਿਰ ਕੰਘਾ ਫੇਰਦੇ ਆ। ਉੱਤੇ ਫਿਰ ਜਿਹੜੇ ਉਹ ਕੇਸ ਹੁੰਦੇ ਉਹਨਾਂ ਨੂੰ ਇਕੱਠਿਆਂ ਕਰਕੇ ਬੜੇ ਅਦਬ ਸਤਿਕਾਰ ਨਾਲ ਸਾਂਭ ਕੇ ਰੱਖੇ ਜਾਂਦੇ ਆ। ਫਿਰ ਉਹਨਾਂ ਦਾ ਦਾਹ ਸੰਸਕਾਰ ਕਰ ਦਿੱਤਾ ਜਾਂਦਾ ਜਦੋਂ ਇਕੱਠੇ ਹੋ ਜਾਂਦੇ ਹਨ। ਤੋ ਇਸ ਪ੍ਰਕਾਰ ਨਾਲ ਦਾਹ ਸੰਸਕਾਰ ਕਰਨਾ ਹੀ ਉਚਿਤ ਹੁੰਦਾ ਹੈ। ਆਮ ਕਰਕੇ ਕਈ ਵੀਰ ਉਹ ਕੇਸਾਂ ਦਾ ਵੱਡਾ ਪੋਟਲਾ ਇਕੱਠਾ ਕਰਕੇ ਜਿਹੜੇ ਝੜਦੇ ਹਨ ਕੰਘਾ ਕਰਦਿਆਂ, ਉਹ ਕਈ ਵਾਰੀ ਕੋਈ ਪਾਣੀ ਦੇ ਵਿੱਚ ਸੁੱਟਣ ਚਲੇ ਜਾਂਦੇ ਆ ਵੀ ਜਲ ਪ੍ਰਵਾਹ ਕਰ ਆਉਂਦੇ ਆ। ਜਲ ਪ੍ਰਵਾਹ ਨਹੀਂ ਕਰਨੇ ਭਾਈ, ਉਹ ਅਗਨ ਭੇਟ ਕਰਨੇ ਹਨ। ਜਲ ਪ੍ਰਵਾਹ ਕਰਦਿਆਂ ਪਾਣੀ ਦੀ, ਇੱਕ ਤਾਂ ਪਾਣੀ ਗੰਧਲਾ ਹੁੰਦਾ ਹੈ, ਦੂਜਾ ਉਸ ਪਾਣੀ ਵਿੱਚੋਂ ਫਿਰ ਉਹ ਕੇਸ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕਿਸੇ ਦੇ ਪੈਰਾਂ ਦੇ ਵਿੱਚ ਜਾਂ ਕਿਤੇ ਜਾ ਕੇ, ਕਿਉਂਕਿ ਖਤਮ ਤਾਂ ਹੋਣੇ ਨਹੀਂ ਹਨ ਉਹ,
ਤੋ ਇਸ ਕਰਕੇ ਸੰਸਕਾਰ ਹੀ ਕਰਨਾ ਉਚਿਤ ਹੈ ਕੇਸਾਂ ਦਾ। ਤੋ ਸਿੰਘਾਂ ਨੇ ਆਪਣੇ ਘਰਾਂ ਵਿੱਚ ਬਕਾਇਦਾ ਕੋਈ ਨਾ ਕੋਈ ਇਹੋ ਜਿਹੇ ਬੁੱਕਸ ਬਣਾਏ ਹੋਏ ਨੇ, ਕਈਆਂ ਨੇ ਡੱਬੇ, ਕਈਆਂ ਨੇ ਥੈਲੀਆਂ ਕੱਪੜੇ ਦੀਆਂ ਲਟਕਾਈਆਂ ਹੁੰਦੀਆਂ ਹਨ। ਇਹ ਨੇ ਵੀ ਕੇਸਾਂ ਵਿੱਚ ਕੰਘਾ ਫੇਰਿਆ, ਉਹ ਕੇਸ ਇਕੱਠੇ ਕੀਤੇ ਤੇ ਡਸਟਬਿਨ 'ਚ ਨਹੀਂ ਸੁੱਟਦੇ ਸਿੰਘ। ਉਹ ਕਹਿੰਦੇ ਬਈ ਇਹ ਕੇਸ ਗੁਰੂ ਸਾਹਿਬ ਕਲਗੀਧਰ ਦੀ ਮੋਹਰ ਹੈ। ਵੇਖਣ ਵਿੱਚ ਆਉਂਦਾ ਬਹੁਤ ਸਾਰੇ ਸਿੱਖਾਂ ਦੇ ਘਰਾਂ ਵਿੱਚ ਜਿਹੜੇ ਅੰਮ੍ਰਿਤਧਾਰੀ ਨੇ ਉਹ ਤਾਂ ਮਰਿਆਦਾ ਸਮਝਦੇ ਨੇ, ਪਰ ਕਈਆਂ ਅੰਮ੍ਰਿਤਧਾਰੀਆਂ ਨੂੰ ਵੀ ਮਰਿਆਦਾ ਦਾ ਨਹੀਂ ਪਤਾ ਹੁੰਦਾ। ਕਿਉਂ? ਕਿਉਂਕਿ ਅੰਮ੍ਰਿਤ ਛਕ ਲਿਆ, ਉਹ ਸੰਗਤ ਕੀਤੀ ਨਹੀਂ ਹੈ, ਮਰਿਆਦਾ ਜਾਣੀ ਨਹੀਂ ਹੈ ਵੀ ਮਰਿਆਦਾ ਕੀ ਹੈ। ਤੋ ਉਹ ਕੀ ਕਰਦੇ ਆ, ਕੰਘੀ ਫੇਰ ਕੇ ਕੇਸਾਂ ਦੇ ਵਿੱਚ ਉਹ ਨਾਲ ਹੀ ਡਸਟਬਿਨ ਦੇ ਉੱਤੇ ਹੀ, ਉਹ ਜਾਂ ਫਿਰ ਉਹ ਸ਼ੀਸ਼ੇ ਦੇ ਸਾਹਮਣੇ ਖਲੋ ਕੇ, ਉਹ ਵਾਸ਼ ਬੇਸ਼ਨ ਹੁੰਦਾ ਕਈਆਂ ਨੂੰ, ਉੱਥੇ ਹੀ ਆਦਤ ਹੁੰਦੀ ਹੈ ਵੀ ਉੱਥੇ ਹੀ ਕੇਸ ਵਾਹ ਕੇ ਉਹ ਕੇਸ ਉੱਥੇ ਹੀ ਇਕੱਠੇ ਕਰਕੇ ਨਾਲ ਸੁੱਟ ਦੇਣੇ। ਭਾਈ ਇੱਦਾਂ ਕੇਸਾਂ ਦੀ ਬੇਅਦਬੀ ਬੇਹੁਰਮਤੀ ਨਹੀਂ ਕਰਨੀ ਚਾਹੀਦੀ। ਅਸੀਂ ਕੇਸਾਂ ਦਾ ਅਦਬ ਕਰਾਂਗੇ ਤੇ ਦੂਸਰਿਆਂ ਕੋਲੋਂ ਵੀ ਆਸ ਰੱਖ ਸਕਦੇ ਹਾਂ ਉਹ ਸਾਡੀਆਂ ਦਸਤਾਰਾਂ ਦਾ ਅਦਬ ਕਰਨਗੇ। ਤੋ ਇਸ ਕਰਕੇ ਮਹਾਰਾਜ ਜੀ ਨੇ ਖੁਦ ਮਰਿਆਦਾ ਦੱਸੀ ਹੈ। ਕਲਗੀਧਰ ਸਵਾਮੀ ਬੈਠੇ ਆ ਚੌਂਕੜਾ ਲਾ ਕੇ, ਗੋਡਿਆਂ ਤੇ ਕੱਪੜਾ ਵਿਛਾਇਆ ਹੋਇਆ ਹੈ, ਬੜੇ ਅਦਬ ਨਾਲ ਮਹਾਰਾਜ ਜੀ ਨੇ ਕੇਸਾਂ ਦੇ ਵਿੱਚ ਕੰਘਾ ਫੇਰਿਆ ਹੈ। ਸਜਾਏ ਸੀਸ ਪਾਗ ਕੋ ਉਤੰਗ ਜ਼ੇਬ ਜਾਰ ਕੇ। ਫਿਰ ਮਹਾਰਾਜ ਜੀ ਨੇ ਜੂੜਾ ਕੀਤਾ ਕੇਸਾਂ ਦਾ, ਕੇਸ ਸਾਂਭ ਕੇ ਇਕੱਠੇ ਕਰਕੇ ਰਖਾ ਦਿੱਤੇ। ਫਿਰ ਜੂੜਾ ਮਹਾਰਾਜ ਜੀ ਨੇ ਬੜਾ ਸੁੰਦਰ ਸਜਾਇਆ ਸੀਸ ਤੇ, ਉੱਤੇ ਸੋਹਣੀ ਦਸਤਾਰ ਉਹ ਮਹਾਰਾਜ ਜੀ ਨੇ ਸਜਾਈ ਹੈ ਆਪਣੇ ਪਾਵਨ ਦਸਤ ਕਮਲਾਂ ਦੇ ਨਾਲ। ਦਸਤਾਰ ਦੇ ਉੱਤੇ ਬੜੀ ਸੋਹਣੀ ਜਗ੍ਹਾ ਉਹ ਸਜਾਈ ਹੈ। ਫਿਰ ਜਗ੍ਹਾ ਦੇ ਵਿੱਚ ਕਲਗੀ ਸਜਾਈ ਹੈ ਮਹਾਰਾਜ ਜੀ ਨੇ। ਜਰਾਵ ਜ਼ੇਵਰਾਨ ਕੋ ਸਰੀਰ ਚੀਰ ਸੋਹਤੇ। ਬੜੇ ਸੋਹਣੇ ਬਸਤਰ ਸਰੀਰ ਤੇ ਧਾਰਨ ਕੀਤੇ ਪਾਤਸ਼ਾਹ ਨੇ। ਫਿਰ ਗਲ ਦੇ ਵਿੱਚ ਬੜੇ ਸੋਹਣੇ ਜੜਾਊ ਪਾਏ ਨੇ, ਸਰੀਰ ਦੇ ਉੱਤੇ ਬੜੇ ਸੋਹਣੇ ਆਭੂਸ਼ਣ ਮਹਾਰਾਜ ਜੀ ਨੇ ਧਾਰਨ ਕੀਤੇ ਨੇ। ਬਾਦਸ਼ਾਹ ਦਰਵੇਸ਼ ਨੇ ਮਹਾਰਾਜ ਜੀ ਨੇ ਸੋਹਣੇ ਆਭੂਸ਼ਣ ਸਰੀਰ ਤੇ ਧਾਰਨ ਕੀਤੇ ਹਨ। ਕਿਰਪਾਨ ਪਾਏ ਗਾਤਰੇ ਨਿਖੰਗ ਅੰਗ ਧਾਰ ਕੇ। ਫਿਰ ਗਾਤਰੇ ਵਿੱਚ ਮਹਾਰਾਜ ਜੀ ਨੇ ਕਿਰਪਾਨ ਸਜਾਈ ਕਲਗੀਧਰ ਸਵਾਮੀ ਨੇ। ਗਾਤਰੇ ਵਿੱਚ ਬੜੀ ਸੋਹਣੀ ਕਿਰਪਾਨ ਪਾਣ ਧਾਰੀਆਂ ਕਰੋਰ ਪਾਪ ਟਾਰੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਦੇ ਬਚਨ ਨੇ ਕਿਰਪਾਨ ਪਾਣ ਧਾਰੀਆਂ ਕਰੋਰ ਪਾਪ ਟਾਰੀਆਂ। ਜਿਹੜੇ ਗਾਤਰੇ ਕਿਰਪਾਨ ਧਾਰਨ ਕਰਦੇ ਨੇ ਭਾਈ, ਜਾਂ ਹੱਥ ਵਿੱਚ ਤਲਵਾਰ ਪਕੜ ਕੇ ਰੱਖਦੇ ਹਨ, ਉਹਨਾਂ ਦੇ ਕਰੋੜਾਂ ਪਾਪ ਇਸ ਸ਼ਸਤਰ ਦੀ ਕਿਰਪਾ ਨਾਲ ਕੱਟੇ ਜਾਂਦੇ ਹਨ। ਕਿਰਪਾਨ ਪਾਣ ਧਾਰੀਆਂ ਕਰੋਰ। ਤਦੇ ਤੇ ਗਾਤਰੇ ਵਿੱਚ ਅੰਮ੍ਰਿਤ ਛਕਾਉਣ ਵੇਲੇ ਤਲਵਾਰ ਸਜਾਈ ਜਾਂਦੀ ਹੈ। ਸਿੰਘਾ ਕਿਰਪਾਨ ਪਾ ਗਾਤਰੇ, ਇਹਨੂੰ ਧਾਰਨ ਕਰਨ ਦੇ ਨਾਲ ਕਰੋੜਾਂ ਪਾਪ ਕੱਟੇ ਜਾਂਦੇ ਆ। ਬਾਜਾਂ ਵਾਲੇ ਪ੍ਰੀਤਮ ਦੇ ਬਚਨ ਨੇ ਕਲਗੀਧਰ ਸਵਾਮੀ ਦੇ। ਮਹਾਰਾਜ ਜੀ ਨੇ ਆਪਣੇ ਗਾਤਰੇ ਆਪ ਪਹਿਲਾਂ ਬੜੀ ਸੋਹਣੀ ਸ਼੍ਰੀ ਸਾਹਿਬ ਕਿਰਪਾਨ ਸਜਾਈ ਹੈ, ਮੋਢਿਆਂ ਤੇ ਤੀਰਾਂ ਦਾ ਪੱਥਾ ਧਾਰਨ ਕੀਤਾ ਹੈ। ਕਮਾਨ ਬਾਨ ਪਾਨ ਮੈਂ ਦੀਵਾਨ ਮੈਂ ਕਛੂਕ ਬੈਠ। ਔਰ ਬਾਣ ਪਾਏ ਨੇ ਉਸ ਪੱਥੇ ਵਿੱਚ ਬੜੇ ਸੁੰਦਰ। ਫਿਰ ਹੱਥ 'ਚ ਕਮਾਨ ਪਕੜੀ ਹੈ ਮਹਾਰਾਜ ਕਲਗੀਧਰ ਜੀ ਨੇ, ਔਰ ਕਮਾਨ ਧਾਰਨ ਕਰਕੇ ਮਹਾਰਾਜ ਜੀ ਇੱਦਾਂ ਤਿਆਰ ਬਰ ਤਿਆਰ ਹੋ ਕੇ ਸੱਜ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਵਿੱਚ ਆਏ ਹਨ। ਬਾਹਰੇ ਚਲਨ ਕੋ ਤੁਰੰਗ ਸੋ ਹਕਾਰ ਕੇ। ਮਹਾਰਾਜ ਜੀ ਨੇ ਹੁਕਮ ਕੀਤਾ ਬਾਹਰ ਆ ਕੇ ਨਾ ਮਹਿਲਾਂ ਚੋਂ ਵੀ ਘੋੜਾ ਮੰਗਾਓ। ਮਹਿਲਾਂ ਚੋਂ ਮਹਾਰਾਜ ਜੀ ਨੇ ਦੀਵਾਨ ਵਿੱਚ ਆਉਣਾ ਸੀ। ਅਕਸਰ ਮਹਾਰਾਜ ਜੀ ਦਮਦਮਾ ਸਾਹਿਬ ਦੀਵਾਨ ਸਜਾਇਆ ਕਰਦੇ। ਆਨੰਦਪੁਰ ਸਾਹਿਬ ਜੋ ਮਹਾਰਾਜ ਜੀ ਦਾ ਸਥਾਨ ਹੈ ਦਮਦਮਾ ਸਾਹਿਬ, ਇੱਥੇ ਦੀਵਾਨ ਸਜਿਆ ਕਰਦਾ ਸੀ। ਜਾਂ ਮਹਾਰਾਜ ਨੌਵੇਂ ਪਾਤਸ਼ਾਹ ਦੇ ਦਰਬਾਰ ਵਿੱਚ, ਜਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੋ ਬਹੁਤ ਜ਼ਿਆਦਾ ਸੰਗਤ ਹੋਣੀ, ਉੱਥੇ ਦੀਵਾਨ ਸਜਣਾ। ਤੋ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਘੋੜਾ ਮੰਗਾਇਆ ਹੈ। ਸੇਵਾਦਾਰ ਮਹਾਰਾਜ ਜੀ ਦਾ ਘੋੜਾ ਸ਼ਿੰਗਾਰ ਕੇ ਲਿਆਏ ਹਨ। ਅਰੂੜ ਕੇ ਗਵਨ ਕੀਨ ਦੁੰਦ ਪਾਨ ਚੋਬ ਦੀਨ। ਆਪਣੇ ਮਹਿਲਾਂ ਚੋਂ ਘੋੜੇ ਤੇ ਸਵਾਰ ਹੋ ਕੇ ਜਦੋਂ ਚੱਲੇ ਤੇ ਨਗਾਰਚੀ ਨੇ ਅੱਗੇ ਦੋਹਰੀਆਂ ਚੋਬਾਂ ਮਾਰੀਆਂ। ਰਣ ਸਿੰਘੇ ਵਜਾਉਣ ਵਾਲੇ ਨੇ ਰਣ ਸਿੰਘਾ ਵਜਾਇਆ। ਬੋਲ ਤੇ ਨਕੀਬ ਪਾਟ ਕੀਰਤੀ ਉਚਾਰ ਕੇ। ਅੱਗੇ ਅੱਗੇ ਨਕੀਬ ਭੱਟ ਮਹਾਰਾਜ ਜੀ ਦੀ ਕੀਰਤੀ ਕਰਦੇ ਜਾ ਰਹੇ ਹਨ। ਨਕੀਬ ਬੋਲਦਾ ਉੱਚੀ ਆਵਾਜ਼ ਵਿੱਚ। ਜਦੋਂ ਆਨੰਦਪੁਰ ਸਾਹਿਬ ਚੋਂ ਮਹਾਰਾਜ ਜੀ ਦੀ ਸਵਾਰੀ ਲੰਘ ਰਹੀ ਹੈ ਨਾ, ਅੱਗੇ ਨਕੀਬ ਬੋਲਦਾ, ਸਾਵਧਾਨ ਹੋਸ਼ਿਆਰ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸਵਾਰੀ ਆ ਰਹੀ ਹੈ। ਇਹ ਸੁਣਦਿਆਂ ਸਾਰ ਘਰਾਂ ਚੋਂ ਸਾਰੀ ਸੰਗਤ ਬਾਹਰ ਆ ਜਾਂਦੀ ਹੈ। ਦਰਵਾਜ਼ੇ ਤੇ ਖਲੋ ਕੇ ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ 'ਚ ਸੀਸ ਝੁਕਾ ਕੇ ਨਮਸਕਾਰ ਕਰਦੇ ਨੇ। ਭੱਟ ਜਸ ਕਰਦੇ ਜਾਂਦੇ ਨੇ ਕਬਿੱਤ ਬਣਾ ਕੇ।
ਕਵੀ ਆਉਂਦੇ ਮਹਾਰਾਜ ਜੀ ਦੇ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੈਸੇ, ਉਹ ਜਦੋਂ ਸਤਿਗੁਰਾਂ ਦੇ ਸਨਮੁਖ ਜਾਂਦੇ ਨੇ ਨਾਲ ਨਾਲ ਮੁਖ ਤੋਂ ਪੜ੍ਹਦੇ ਜਾਂਦੇ ਨੇ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਆ ਕਵੀ, ਭੱਟ ਸੋਹਣੇ ਕਵਿੱਤ ਬਣਾ ਕੇ ਮਹਾਰਾਜ ਜੀ ਦਾ ਜਸ ਉਚਾਰਦੇ ਹਨ। ਬਿਲੋਕ ਬੈਨ ਤੇ ਕੋ ਕੁਆਏ ਦਾ ਤੁਫੰਗ ਕੇ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਂਦੇ ਹਨ, ਫਿਰ ਸ਼ਸਤਰ ਵਿਦਿਆ ਦਾ ਅਭਿਆਸ। ਖਾਲਸਾ ਜੀ, ਜੰਗ ਦੇ ਮੈਦਾਨ 'ਚ ਕੁਝ ਵਿਊ ਹੁੰਦੇ ਨੇ ਜਿਨ੍ਹਾਂ ਨੂੰ ਚੱਕਰ ਵਿਊ ਕਿਹਾ ਜਾਂਦਾ ਹੈ। ਉਹ ਚੱਕਰ ਵਿਊ ਕਈ ਪ੍ਰਕਾਰ ਦੇ ਬਣਾਏ ਜਾਂਦੇ ਹਨ। ਉਹਨਾਂ ਵਿੱਚੋਂ ਇੱਕ ਵਿਊ ਹੁੰਦਾ ਹੈ ਵੈਨ ਤੇ। ਵੈਨ ਤੇ ਵਿਊ ਕਹਿੰਦੇ ਹਨ ਗਰੁੜ ਦੀ ਸ਼ਕਲ ਦਾ ਵਿਊ ਬਣਾਉਣਾ। ਇਹ ਫੌਜ ਦੀ ਕਵਾਇਦ ਹੁੰਦੀ ਹੈ, ਇੱਕ ਟ੍ਰੇਨਿੰਗ ਕਿ ਮਹਾਰਾਜ ਜੀ ਟ੍ਰੇਨਿੰਗ ਕਰਾਉਂਦੇ ਨੇ ਫੌਜ ਦੀ। ਇੱਕ ਬੈਨ ਤੇ, ਯਾਨੀ ਕਿ ਬੈਨ ਤੇ ਦਾ ਮਤਲਬ ਹੁੰਦਾ ਗਰੁੜ ਪੰਛੀ ਹੁੰਦਾ ਨਾ, ਉਹਦੇ ਸਮਾਨ ਫੌਜ ਨੂੰ ਉਸ ਡਾਇਰੈਕਸ਼ਨ 'ਚ ਖੜਾ ਕਰਨਾ। ਵੀ ਹੁਣ ਗਰੁੜ ਦਾ ਅੱਗੇ ਚੁੰਝ ਹੁੰਦੀ ਹੈ, ਉਹ ਤਿੱਖੀ ਹੁੰਦੀ ਹੈ, ਵਿਚਕਾਰੋਂ ਉਹ ਫੈਲਿਆ ਹੁੰਦਾ ਖੰਭਾਂ ਦੇ ਸਮਾਨ, ਉਹ ਚੌੜਾ ਹੁੰਦਾ, ਪਿਛਲੇ ਪਾਸੋਂ ਫਿਰ ਉਹਦੀ ਪੂੰਛ ਹੁੰਦੀ ਹੈ, ਉਹ ਫਿਰ ਸੁੰਗੜ ਜਾਂਦੀ ਹੈ। ਫੌਜ ਨੂੰ ਇਸ ਡਾਇਰੈਕਸ਼ਨ 'ਚ ਖੜਾ ਕਰਨਾ ਵੀ ਅੱਗੋਂ ਥੋੜੇ ਸੂਰਮੇ ਯਾਨੀ ਕਿ 5-7 ਫਿਰ ਉਹਨਾਂ ਨੂੰ ਇੱਦਾਂ ਚੌੜੇ ਕਰਦੇ ਆਉਣਾ, ਚੁੰਝ ਵਾਂਗੂ ਤਿੱਖਾ, ਵਿਚਕਾਰੋਂ ਉਹਨਾਂ ਦਾ ਭਾਰ ਪਾਉਣਾ, ਪਿਛਲੇ ਪਾਸਿਓਂ ਫਿਰ ਇੱਦਾਂ ਦੇ ਵਿਊ ਹੁੰਦੇ ਸਨ ਪੁਰਾਣੇ ਸਮਿਆਂ 'ਚ ਫੌਜ ਨੂੰ, ਸੈਨਾ ਨੂੰ ਖੜਾ ਕਰਨ ਵਾਸਤੇ। ਉਹ ਕਈ ਤਰ੍ਹਾਂ ਦੇ ਹੁੰਦੇ ਸਨ, ਜਿਵੇਂ ਪਦਮ ਹੋਣਾ, ਬੱਜਰ ਹੋਣਾ, ਮੱਕਰ ਵਿਊ ਹੋਣਾ। ਇਹ ਕਈ ਪ੍ਰਕਾਰ ਦੇ ਵਿਊ ਜਿਹੜੇ ਨੇ ਉਹ ਪੁਰਾਣੇ ਸਮਿਆਂ 'ਚ ਕਹੇ ਜਾਂਦੇ ਸਨ। ਅੱਜ ਮਹਾਰਾਜ ਜੀ ਖਾਲਸੇ ਨੂੰ ਬੈਨ ਤੇ ਗਰੁੜ, ਜਿਹੜਾ ਗਰੁੜ ਦਾ ਵਿਊ ਹੁੰਦਾ ਉਹਦੀ ਟ੍ਰੇਨਿੰਗ ਕਰਾ ਰਹੇ ਨੇ ਖਾਲਸੇ ਨੂੰ। ਅੱਗੋਂ ਚੁੰਝ ਵਾਂਗੂ ਤਿੱਖਾ, ਵਿਚਕਾਰੂ ਜਿਵੇਂ ਖੰਭ ਚੌੜੇ ਹੁੰਦੇ ਆ ਵਿਚਕਾਰੂ ਇਸ ਤਰ੍ਹਾਂ, ਪਿੱਛੋਂ ਫੇਰ ਇੱਦਾਂ ਫੌਜ ਨੂੰ ਖੜਿਆ ਕਰਕੇ ਮਹਾਰਾਜ ਜੀ ਉਹਨਾਂ ਦੀ ਕਵਾਇਦ ਕਰਾਉਂਦੇ ਨੇ। ਬੰਦੂਕਾਂ ਦੇ ਗੋਲੀਆਂ ਤੋਂ ਚਾਂਦਮਾਰੀ, ਚਾਂਦਮਾਰੀ ਦਾ ਮਤਲਬ ਘੋੜੇ ਤੇ ਬਹਿ ਕੇ ਬੰਦੂਕ ਚਲਾਉਣੀ, ਨਿਸ਼ਾਨਾ ਲਾਉਣਾ, ਫਿਰ ਨੇਜਾ ਚਲਾਉਣਾ, ਬਰਛਾ ਚਲਾਉਣਾ, ਇਹ ਵਿਦਿਆ ਮਹਾਰਾਜ ਜੀ ਕਰਾਉਂਦੇ ਨੇ। ਤੋ ਰੰਗ ਪੈ ਕਰੰਤ ਕੋ ਕਮਾਨ ਬਾਨ ਮਾਰਤੇ। ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਸਿੰਘਾਂ ਨੂੰ ਸਿਖਾਉਂਦੇ ਐ ਕਿ ਜਦੋਂ ਇਸ ਵਿਊ ਵਿੱਚ ਚੱਲਣਾ ਤੇ ਕਿਵੇਂ ਘੋੜੇ ਤੇ ਬਹਿ ਕੇ ਕਮਾਨ ਤੋਂ ਤੀਰ ਚਲਾਉਣੇ ਹਨ। ਘੋੜੇ ਤੇ ਬਹਿ ਕੇ ਨਿਸ਼ਾਨੇ ਦੇ ਉੱਤੇ ਤੀਰ ਲਾਉਣਾ, ਘੋੜਾ ਚੱਲਦਾ ਹੁੰਦਾ, ਚੱਲਦੇ ਘੋੜੇ ਦੇ ਉੱਤੇ ਨਿਸ਼ਾਨਾ ਲਾਉਣਾ ਔਖਾ, ਬੜਾ ਖਲੋ ਕੇ ਸਾਹਮਣੇ ਪੈਰਾਂ ਤੇ ਖਲੋ ਕੇ ਨਿਸ਼ਾਨਾ ਲਾਉਣਾ ਔਖਾ ਹੁੰਦਾ। ਫਿਰ ਚੱਲਦੇ ਘੋੜੇ ਤੇ ਬਹਿ ਕੇ ਨਿਸ਼ਾਨਾ ਲਾਉਣਾ, ਗੋਲੀ ਚਲਾ ਕੇ ਨਿਸ਼ਾਨਾ ਲਾਉਣਾ, ਇਹ ਸਾਰੀ ਵਿਦਿਆ ਮਹਾਰਾਜ ਆਪਣੇ ਖਾਲਸੇ ਨੂੰ ਬਖਸ਼ਦੇ ਨੇ। ਤਵਾਏ ਕੈ ਪ੍ਰਮਾਏ ਸੇਲ ਮੇਲ ਤੋਂ ਬਗਲ ਕੋਏ। ਔਰ ਬੜੀ ਤੇਜ਼ੀ ਨਾਲ ਘੋੜਾ ਦੌੜਾ ਕੇ, ਸੇਲਾ ਬਰਛਾ ਘੁਮਾ ਕੇ, ਬਰਛੀ ਘੁਮਾ ਕੇ ਉਹ ਆਪਣੇ ਬਗਲ ਤੋਂ ਮਾਰ ਕੇ ਸਿਖਾਉਂਦੇ ਹਨ। ਏਵ ਆਯੁਧਾਨ ਕੋ ਪ੍ਰਹਾਰ ਕੈ ਦਿਖਾਰ ਤੇ। ਏਦਾਂ ਸ਼ਸਤਰ ਵਿਦਿਆ ਮਹਾਰਾਜ ਜੀ ਆਪ ਚਲਾਉਂਦੇ ਆ, ਪਹਿਲਾਂ ਆਪ ਚਲਾ ਕੇ ਫਿਰ ਖਾਲਸੇ ਨੂੰ ਵਿਖਾਉਂਦੇ ਆ, ਸਿੰਘੋ ਏਦਾਂ ਚਲਾਉਣਾ ਇਹ ਸ਼ਸਤਰ। ਜੇ ਫਿਰ ਸਿੰਘ ਚਲਾਉਂਦੇ ਨੇ, ਕਿਸੇ 'ਚ ਕਮੀ ਪੇਸ਼ੀ ਹੁੰਦੀ ਫਿਰ ਆਪ ਚਲਾ ਕੇ ਦੱਸਦੇ, ਏਦਾਂ ਨਹੀਂ ਏਦਾਂ ਚਲਾਉਣਾ। ਏਦਾਂ ਮਹਾਰਾਜ ਖੁਦ ਆਪ ਆਪਣੇ ਖਾਲਸੇ ਨੂੰ ਟ੍ਰੇਨਿੰਗ ਦੇ ਰਹੇ ਨੇ। ਤੇ ਆਪਣੇ ਵਰਗਾ ਹੀ ਜੋ ਬਣਾਉਣਾ ਖਾਲਸੇ ਨੂੰ, ਆਪਣੇ ਜਿਹਾ ਹੀ ਜੋ ਕਰ ਲੈਣਾ ਹੈ, ਵਿੱਚ ਹੀ ਤਾਂ ਜੋ ਵਰਤ ਜਾਣਾ ਹੈ। ਇਸ ਕਰਕੇ ਮਹਾਰਾਜ ਕੱਲੀ ਕੱਲੀ ਸਿੱਖਿਆ ਸ਼ਸਤਰ ਚਲਾਉਣ ਦੀ ਖਾਲਸੇ ਨੂੰ ਦਿੰਦੇ ਹਨ। ਕਿਦਾਰ ਜੇ ਫਲਾਨ ਕੇ ਲੁਟਾਏ ਦੀਨ ਕੇਤਨੇ। ਫਿਰ ਮਹਾਰਾਜ ਜੀ ਕੀ ਕਰਦੇ ਆ, ਕਹਿੰਦੇ ਸਿੰਘੋ ਚਲੋ ਹੱਲਾ ਕਰਨਾ ਸਿਖਾਈਏ ਤੁਹਾਨੂੰ। ਕਹਿੰਦੇ ਵੀ ਉਹ ਸਾਹਮਣੇ ਬਾਗ ਹੈ ਤੇ ਬਾਗ 'ਚ ਫਲ ਲੱਗਿਆ, ਵੇਖਦੇ ਆ ਵੀ ਹੱਲਾ ਕਰਕੇ ਕਿਹੜਾ ਪਹਿਲਾਂ ਲੁੱਟ ਕੇ ਲਿਆਉਂਦਾ। ਜਥੇ ਬਣਾ ਦਿੰਦੇ ਸਿੰਘਾਂ ਦੇ, ਫਿਰ ਫਲਾਂ ਦੇ ਬਾਗ ਮਹਾਰਾਜ ਜੀ ਲੁੱਟਣ ਭੇਜਦੇ ਆ ਵੀ ਕਿਹੜਾ ਸਭ ਤੋਂ ਵੱਧ ਫਲ ਲੁੱਟ ਕੇ ਲਿਆਉਂਦਾ। ਫਿਰ ਇੱਕ ਦੂਜੇ ਨੂੰ ਧੱਕਦਿਆਂ ਹੋਇਆਂ ਸਿੰਘ ਉਹ ਹੱਲਾ ਕਰਨ ਵਾਸਤੇ ਵੀ ਮੈਂ ਅੱਗੇ ਜਾਣਾ, ਮੈਂ ਮੂਹਰੇ ਜਾਣਾ, ਇੱਕ ਪ੍ਰਕਾਰ ਦੀ ਕਸਰਤ ਵੀ ਸੀ। ਤੋ ਮਹਾਰਾਜ ਜੀ ਏਦਾਂ ਫਲਾਂ ਦੇ ਬਾਗ ਲੁਟਾਉਂਦੇ ਆ ਸਿੰਘਾਂ ਦੇ ਕੋਲੋਂ। ਬਹੌਰ ਬ੍ਰਿੰਦ ਬਾਹੋਰੇ ਆਨੰਦ ਪੂਰ ਧਾਰ ਤੇ। ਮਹਾਰਾਜ ਜੀ ਬੜੇ ਭਾਰੀ ਆਨੰਦ ਨੂੰ ਵਰਤਾਉਂਦੇ ਨੇ। ਸਿੰਘ ਬੜੇ ਆਨੰਦ ਵਿੱਚ ਕਲਗੀਧਰ ਦੀ ਕਿਰਪਾ ਨਾਲ ਵਿਚਰਦੇ ਹਨ।
ਗੁਰੂ ਫਤਿਹ ਉਚਾਰਤੇ ਸਰੂਪ ਕੋ ਨਿਹਾਰਤੇ। ਜਦੋਂ ਮਹਾਰਾਜ ਜੀ ਦੇ ਦਰਸ਼ਨ ਕਰਦੇ ਗੱਜ ਗੱਜ ਕੇ ਫਤਿਹ ਬੁਲਾਉਂਦੇ ਸਿੰਘ ਮਹਾਰਾਜ ਜੀ ਦੇ ਸਨਮੁਖ ਆ ਕੇ। ਸੁਭਾਗ ਕੋ ਵਿਚਾਰਤੇ ਬਿਲੰਦ ਹੀ ਪ੍ਰਕਾਰ ਤੇ। ਔਰ ਕਹਿੰਦੇ ਸਾਡੇ ਵੱਡੇ ਭਾਗ, ਸਾਡੇ ਇਹੋ ਭਾਗ ਕਿ ਸਾਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਪ੍ਰਾਪਤ ਹੋ ਰਹੇ ਹਨ। ਲਲਿਤ ਪਦ ਛੰਦ ਸਕਟ ਨਾਲ ਕਾ ਛਤਰ ਨਾਲ ਕਾ ਗੁਰੂ ਸੰਗ ਕੋੜ ਨਾਲੇ। ਹੁਣ ਇਹ ਸਾਰੀਆਂ ਬੰਦੂਕਾਂ ਨੇ, ਕਿਹੜੀਆਂ ਕਿਹੜੀਆਂ ਦੱਸਦੇ ਆ ਬੰਦੂਕਾਂ। ਫਿਰ ਛੁਤਰ ਨਾਲ ਕਾ, ਜਿਹੜੀਆਂ ਊਂਠਾਂ ਤੇ ਰੱਖ ਕੇ ਚਲਾਈਆਂ ਜਾਂਦੀਆਂ ਨੇ, ਹਾਥੀ ਤੇ ਰੱਖ ਕੇ ਚਲਾਈਆਂ ਜਾਂਦੀਆਂ ਨੇ। ਘੋੜ ਨਾਲੇ, ਘੋੜਿਆਂ ਤੇ ਰੱਖ ਕੇ ਚਲਾਈਆਂ ਜਾਣ ਵਾਲੀਆਂ ਤੋਪਾਂ, ਉਹਨਾਂ ਨੂੰ ਘੋੜ ਨਾਲ ਤੋਪ ਕਹਿੰਦੇ ਨੇ, ਉਹ ਚਲਵਾਉਂਦੇ ਮਹਾਰਾਜ ਜੀ। ਤੋਪ ਜਮੂਰ ਜੰਜੈਲਨ ਲਮ ਛੜ। ਏਦਾਂ ਤੋਪਾਂ, ਜਮੂਰ, ਜੰਜੈਲਾਂ ਤੇ ਲੰਮ ਛੜੀਆਂ, ਲੰਮੀਆਂ ਨਾਲੀਆਂ ਵਾਲੀਆਂ ਜਿਹੜੀਆਂ ਬੰਦੂਕਾਂ ਹੁੰਦੀਆਂ ਨੇ, ਨਲੀ ਵਾਲੀਆਂ, ਉਹ ਚਲਵਾਉਂਦੇ ਨੇ। ਲਏ ਤੁਫੰਗਨ ਜਾਲੇ। ਏਦਾਂ ਦੀਆਂ ਬਹੁਤ ਸਾਰੀਆਂ ਬੰਦੂਕਾਂ ਨਾਲ ਲੈ ਕੇ ਮਹਾਰਾਜ ਜੀ ਸਿੰਘਾਂ ਨੂੰ ਟ੍ਰੇਨਿੰਗ ਕਰਾਉਂਦੇ ਨੇ। ਹੁਕਮ ਗੁਰੂ ਕੋ ਲੈ ਤਿਸ ਛਿਨ। ਉਸੇ ਵੇਲੇ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਜੇ ਪਦਾਂ ਤੇ ਅਸਵਾਰਾ। ਜਿਹੜੇ ਪੈਦਲ ਸਵਾਰ ਨੇ, ਪੈਦਲ ਹਨ, ਸ਼ਲਕ ਚੋਰਨੀ ਸ਼ੁਰੂ ਕਰੀ ਤਬ। ਫਿਰ ਜਾਂ ਜਿਹੜੇ ਘੋੜ ਸਵਾਰ ਨੇ, ਇਕੱਠਿਆਂ ਨੂੰ ਸ਼ਲਖ ਕਿਵੇਂ ਚਲਾਉਣੀ ਬੰਦੂਕ ਦੀ, ਜਦੋਂ ਸ਼ਲਖ ਚਲਾਉਣੀ ਹੈ, ਕਿਵੇਂ ਚਲਾਉਣੀ ਹੈ, ਕਦੋਂ ਚਲਾਉਣੀ ਹੈ, ਉਹ ਵਿਦਿਆ ਮਹਾਰਾਜ ਜੀ ਸਿਖਾਉਂਦੇ ਨੇ। ਪਇਓ ਅੰਧ ਤੰਦੁਕਾਰਾ। ਸ਼ਲਖ ਕੀ ਹੁੰਦੀ ਹੈ ਵੀ ਮੰਨ ਲਓ 1000 ਬੰਦੂਕ ਹੈ ਭਰੀ ਹੋਈ, 1000 ਬੰਦੂਕ ਇਕੱਠੀ ਚਲਾਣੀ, ਇਕੱਠੀ ਚਲਾ ਕੇ ਉਹਦੇ ਇਕੱਠਿਆਂ ਦੇ ਫੈਰ ਕੱਢਣੇ। ਤੋ ਇਹ ਮਹਾਰਾਜ ਜੀ ਚਲਵਾਉਂਦੇ ਤੇ ਕਹਿੰਦੇ ਅੰਧ ਧੁੰਦ ਧੂਆਂ ਉੱਥੇ ਫੈਲ ਜਾਂਦਾ ਹੈ। ਮਨੋ ਬ੍ਰਿੰਦਈ ਗਾਜ ਗਾਜ ਕਰ। ਕਹਿੰਦੇ ਮਾਨੋ ਬੇਅੰਤੀ ਬੱਦਲ ਗਰਜ ਰਹੇ ਨੇ ਉੱਥੇ। ਗਿਰ ਪਰ ਗਿਰ ਗਨ ਜਾਨੀ। ਔਰ ਉਹ ਮਾਨੋ ਬੱਦਲ ਗਰਜ ਕੇ ਟੁੱਟ ਕੇ ਪਹਾੜਾਂ ਤੇ ਪੈ ਰਹੇ ਨੇ। ਧੁਖੇ ਪਲੀਤੇ ਸ਼ਬਦ ਉਠਿਓ ਬੜ। ਪਲੀਤੇ ਧੁਖਦੇ ਨੇ, ਆਵਾਜ਼ ਉੱਠਦੀ ਆ ਉਹਨਾਂ ਬੰਦੂਕਾਂ ਦੇ ਚੱਲਣ ਦੀ। ਸੁਨੀਐ ਕਛੂ ਨ ਜਾਨੀ। ਮੂੰਹ ਤੋਂ ਕਹੀ ਹੋਈ ਬਾਤ ਸੁਣਦੀ ਨਹੀਂ ਕੰਨਾਂ ਨਾਲ। ਕੇਤਕ ਚਿਰ ਲੋ ਸਤਗੁਰ ਠਹਿਰੇ। ਏਦਾਂ ਕੁਝ ਸਮਾਂ ਸਤਿਗੁਰੂ ਜੀ ਠਹਿਰੇ ਹਨ। ਸ਼ਲਖ ਬ੍ਰਿੰਦ ਕਰਵਾਈ। ਬੇਅੰਤ ਸ਼ਲਖਾਂ ਬੰਦੂਕਾਂ ਦੀਆਂ ਗੋਲੀਆਂ ਮਹਾਰਾਜ ਜੀ ਨੇ ਚਲਵਾਈਆਂ। ਪੁਨਪੁਰ ਗਮਨੇ ਰਮਨੀ ਬੀਤਨ। ਏਦਾਂ ਮਹਾਰਾਜ ਜੀ ਫਿਰ ਵਾਪਸ ਆਪਣੇ ਨਗਰ ਆਏ ਹਨ ਆਨੰਦਪੁਰ ਸਾਹਿਬ। ਦਰਸੈਂ ਲੋਗ ਲੁਗਾਈ। ਸਾਰੇ ਲੋਕ ਲੁਗਾਈ ਮਤਲਬ ਇਸਤਰੀਆਂ ਪੁਰਖ ਦਰਸ਼ਨ ਕਰਦੇ ਨੇ। ਉਤਰੇ ਆਨ ਪ੍ਰਭੂ ਕਰ ਸੁੰਦਰ। ਆਪਣੇ ਸੋਹਣਿਆ ਮਹਿਲਾਂ 'ਚ ਮੇਰੇ ਪਾਤਸ਼ਾਹ ਉਤਾਰਾ ਕੀਤਾ। ਚਿੱਤਰ ਬਚਿੱਤਰ ਹੇਮੂ। ਜਿੱਥੇ ਸੋਹਣੇ ਚਿੱਤਰ ਬਚਿੱਤਰ ਹੇਮਕਾਰੀ ਸੋਨੇ ਦੀ ਮੀਨਾਕਾਰੀ ਕੀਤੀ ਹੋਈ ਹੈ। ਸਿੱਖ ਸੰਗਤ ਦਰਸੇ ਮਨ ਮੁੱਦ ਤੈ। ਸਾਰੀਆਂ ਸਿੱਖ ਸੰਗਤਾਂ ਦਰਸ਼ਨ ਕਰਦੀਆਂ, ਮਨ ਵਿੱਚ ਖੇੜਾ ਆਉਂਦਾ ਸਿੰਘਾਂ ਦੇ। ਪਾਏ ਜੋਗ ਹਰ ਛੇਮੂ। ਜੋਗ ਤੇ ਮੁਕਤੀ ਮਹਾਰਾਜ ਜੀ ਕੋਲੋਂ ਪ੍ਰਾਪਤ ਕਰਦੇ ਹਨ। ਨੋਬਤ ਦੁੰਦਪ ਸੰਖ ਨਫੀਰੀ। ਨੌਬਤਾਂ ਦੁੰਦਬੀਆਂ ਨਫੀਰੀਆਂ ਵੱਜਦੀਆਂ ਹਨ। ਪਟੈ ਢੋਲ ਕਰਨਾਈ। ਪਟਹਿ ਕਰਨਾਲ ਤੇ ਨਫੀਰੀਆਂ ਦੇ ਨਾਲ ਢੋਲ ਵੱਜਦੇ ਹਨ। ਬਜੇ ਮਿਰਦੰਗ ਰਬਾਬ ਸਤਾਰਨ। ਮਰਦੰਗ ਰਬਾਬਾਂ ਸਤਾਰਾਂ ਦਿਲ ਰੁਬਾ ਏਦਾਂ ਦੇ ਬੇਅੰਤ ਸਾਜ਼ ਵੱਜਦੇ ਹਨ। ਗਾਵੇਂ ਪਾਏ ਵਧਾਈ। ਗੁਰੂ ਚਰਨਾਂ 'ਚ ਗਾਇਨ ਕਰਕੇ ਮਹਾਰਾਜ ਜੀ ਕੋਲੋਂ ਵਧਾਈਆਂ ਪ੍ਰਾਪਤ ਕਰਦੇ ਹਨ। ਗੁਣੀ ਕਵੀ ਕਰ ਸੁਜਸ ਕਵਿਤਨ। ਜਿਹੜੇ ਗੁਣੀ ਕਵੀ ਨੇ ਸੋਹਣਾ ਸੁਜਸ ਮਹਾਰਾਜ ਜੀ ਦਾ ਕਵਿਤਾਂ 'ਚ ਉਚਾਰਦੇ ਹਨ। ਆਨ ਅਨੇਕ ਸੁਨਾਵੇਂ। ਅਨੇਕਾਂ ਆ ਕੇ ਮਹਾਰਾਜ ਜੀ ਦੀ ਸਭਾ 'ਚ ਸੁਣਾਉਂਦੇ ਨੇ। ਰੀਜੈ ਮੋਜ ਦੇਤ ਮਨ ਭਾਵਤ। ਔਰ ਮਹਾਰਾਜ ਜੀ ਰੀਝਦੇ ਤੇ ਮਨ ਭਾਉਂਦੀਆਂ ਦਾਤਾਂ ਬਖਸ਼ਦੇ ਹਨ। ਲੈ ਕਰ ਉਰੇ ਅਰ ਖਾਵੇਂ। ਜਿਨ੍ਹਾਂ ਨੂੰ ਮਿਲਦੀਆਂ ਨੇ ਦਾਤਾਂ ਲੈ ਕੇ ਪ੍ਰਸੰਨ ਹੁੰਦੇ ਨੇ। ਉਤਸਵ ਭਇਓ ਸਬਨ ਸੁਖਦਾਇਕ। ਸਾਰੇ ਪਾਸੇ ਵੱਡਾ ਭਾਰੀ ਉਤਸਵ ਹੋਇਆ ਹੈ। ਖਾਨ ਪਾਨ ਕਰ ਸੋਏ। ਏਦਾਂ ਰਾਤ ਪੈ ਚੁੱਕੀ ਹੈ, ਭੋਜਨ ਛਕ ਕੇ ਸਭ ਨੇ ਆਰਾਮ ਕੀਤਾ। ਜੁਗ ਲਗ ਰਾਜ ਥਿਰੋ ਸਤਿਗੁਰ ਕੋ। ਹਰ ਇੱਕ ਭੱਟ ਨਕੀਬ ਦੀ ਰਸਨਾ ਤੋਂ ਇਹੀ ਜਬ ਬੋਲ ਨਿਕਲਦਾ, ਜੁਗਾਂ ਤਾਈਂ ਰਾਜ ਕਰੋ ਕਲਗੀਧਰ ਸੁਆਮੀ, ਜੁਗਾਂ ਤਾਈਂ ਰਾਜ ਕਰੋ, ਜੁਗਾਂ ਤਾਈਂ ਰਾਜ ਕਰੋ। ਕਹਿ ਅਸੀਸ ਸਭ ਕੋਏ। ਏਦਾਂ ਹਰ ਇੱਕ ਦੇ ਮੁਖ ਤੋਂ ਇਹੀ ਅਸੀਸ ਨਿਕਲਦੀ ਹੈ। ਮਾਤਾ ਜੀ ਅੰਮ੍ਰਿਤ ਵੇਲੇ ਉੱਠੇ, ਮਾਤਾ ਗੁਜਰੀ ਜੀ ਨਿਤਨੇਮ ਕਰ ਰਿਹਾ, ਸੁਖਮਣੀ ਸਾਹਿਬ ਦੀ ਬਾਣੀ ਪੜ੍ਹ ਰਹੇ ਨੇ। ਪੜ੍ਹਦਿਆਂ ਪੰਗਤੀ ਪੜ੍ਹੀ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਆਖਿਆ ਕੋਈ ਇਹੋ ਜਿਹਾ ਬ੍ਰਹਮ ਗਿਆਨੀ ਹੁੰਦਾ ਹੈ ਕੋਈ ਅੱਜ ਦੇ ਸਮੇਂ 'ਚ? ਕਲਗੀਧਰ ਜੀ
ਜੇ ਹੈ ਤਾਂ ਫਿਰ ਦਰਸ਼ਨ ਕਰਾਓ। ਤੋ ਮਹਾਰਾਜ ਕਿਰਪਾ ਕਰ ਰਹੇ ਨੇ, ਉਹ ਬਚਨ ਆਪ ਜੀ ਅਗਲੀ ਕਥਾ ਵਿੱਚ ਸਰਵਣ ਕਰੋਗੇ। ਸਾਹਿਬ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।